स्वागत है तुहाडा गौरव शुक्ला। मैं हाँ तुहाडे नाल वड्डी खबर इस समय आ रही है। तुहानूं दस दईए कि किसान ते केंद्र दे विचाले जिहड़ी मीटिंग सी खत्म हो चली है, बेनतीजा रही है। एक बार मुड़ तो 10वें गेड़ की मीटिंग सीधा रुख करदे विज्ञान भवन तो साडे सहयोगी साडे नाल ने पंकज कपाही ते रोहित बंसल। सीधा रुख करांगे पंकज दा। पंकज की कुछ तुहाडे कोल अपडेट, ओवर टू यू। कोई मतलब नहीं, कानून रद्द करने चाहिए। रद्द ते जथेबंदियां अड़ियां ने 1.5 साल वास्ते सस्पेंड करने वास्ते सरकार ने कहा भी ਅਸੀਂ सस्पेंड कर देने। अगली मीटिंग कदों बुलाई है जी? अगली मीटिंग परसों ਨੂੰ। अगली मीटिंग होगी परसों। हाँ, समा की दिता गया जी? समा 12 बजे नहीं 12 तो 12 बजे चर्चा की चर्चा यही है भी जथेबंदियां अपील ਕਰਨ ਤੇ ਅੜੀਆਂ ਹੋਈਆਂ ਨੇ। पर असी ਉਹ ਤੇ ਅਜੇ ਕੋਈ ਸਹਿਮਤੀ ਨਹੀਂ ਦਿੱਤੀ। ਅਸੀਂ ਕੱਲ ਵਾਸਤੇ ਸਮਾਂ ਦਿੱਤਾ ਵਿਚਾਰ ਕਰਨ ਦਾ। परसों ਨੂੰ ਮੀਟਿੰਗ ਦੁਬਾਰਾ ਹੋਊਗੀ 22 ਤਰੀਕ ਨੂੰ ਦੁਬਾਰਾ ਮੀਟਿੰਗ ਦੁਬਾਰਾ 12 ਵਜੇ। ਲੇਕਿਨ ਇਹ ਜਦੋਂ ਕਿਹਾ ਗਿਆ ਕਿ 2 ਸਾਲ ਤੱਕ ਕਾਨੂੰਨਾਂ ਦੇ ਉੱਤੇ ਰੋਕ ਲਗਾ ਦਿੰਨੇ ਆ, ਉਹ ਗੱਲ ਤੇ ਸਹਿਮਤੀ ਜਤਾਈ ਹੈ ਜਥੇਬੰਦੀਆਂ ਨੇ ਜਾਂ ਵਿਚਾਰ ਕਰਨਗੇ? ਬਿਲਕੁਲ ਵੀ ਕਿਸੇ ਨੇ ਸਹਿਮਤੀ ਨਹੀਂ ਜਤਾਈ। ਅਸੀਂ ਕਿਹਾ ਵੀ ਤੁਹਾਡੀ ਪ੍ਰਪੋਜ਼ਲ ਆ ਗਈ, ਪਰ ਸਾਡੀ ਅੱਜ ਹੁਣ ਵੀ ਉਸੇ ਗੱਲ ਤੇ ਸਟੈਂਡ ਹੈ। ਰਿਜੈਕਟ ਕਰ ਦਿੱਤਾ ਹੈ ਜਾਂ ਉਸ ਤੇ ਵਿਚਾਰ ਕੀਤਾ ਜਾਏਗਾ? ਨਹੀਂ, ਉਹ ਗੱਲ ਨੂੰ ਰਿਜੈਕਟ ਕਰਤਾ। ਵਿਚਾਰ ਤਾਂ ਕਰਨ ਵਾਸਤੇ ਫਿਰ ਕਾਫੀ ਮਸਲੇ ਸੀ। MSP ਦੀ ਮੁੱਦਾ ਵੀ ਹੈ, ਉਹਤੇ ਵਿਚਾਰ ਵਾਸਤੇ ਤਾਂ ਇਹ ਮੀਟਿੰਗ ਰੱਖੀ ਗਈ ਹੈ। ਹਾਂਜੀ, ਤਾਂ ਅਗਲੀ ਮੀਟਿੰਗ 2 ਦਿਨਾਂ ਬਾਅਦ ਹੋਏਗੀ। 22 ਤਰੀਕ ਨੂੰ ਅਗਲੀ ਮੀਟਿੰਗ ਹੋਏਗੀ। ਹੋਰ ਹੋ ਨਹੀਂ ਸਕੀ, ਉਹਨਾਂ ਨੇ ਗੱਲ ਗਾਂ ਤੋਰੀ। पर तुसी रद्द कर दिते ਜਿਹੜੇ ਪ੍ਰਸਤਾਵ ਸੀਗੇ ਉਹਨਾਂ ਦੇ? ਪ੍ਰਸਤਾਵ ਰੱਦ ਨੇ। 2 ਸਾਲ ਦਾ ਵੀ ਕਿਹਾ ਸੀ ਉਹਨਾਂ ਨੇ? 1.5 ਸਾਲ 1 ਸਾਲ ਦਾ ਕਿਹਾ? 1.5 ਸਾਲ ਦਾ ਜਿਹੜਾ ਨੈਸ਼ਨਲ ਇਨਵੈਸਟੀਗੇਸ਼ਨ ਦਾ ਕਾਨੂੰਨ ਹੈ ਉੱਤੇ ਵੀ ਚਰਚਾ ਹੋਈ ਆ। ਜਿਹੜੇ ਗ੍ਰਿਫਤਾਰ ਕੀਤੇ ਆਗੂ ਉਹਨਾਂ ਤੇ ਵੀ ਚਰਚਾ ਹੋਈ ਆ। ਠੀਕ ਹੈ ਜੀ, ਉਹਦੇ ਨਾਲ ਉਹਨਾਂ ਕਿਹਾ ਸੁਪਰੀਮ ਕੋਰਟ 'ਚ ਜਾਓ, ਉਹ ਗੱਲ ਰੱਦ ਕਰ ਦਿੱਤੀ ਆ। ਠੀਕ ਹੈ ਜੀ, ਤੇ ਇਹਦੇ ਤੇ ਵਿਚਾਰਧੀਨ ਸਾਡਾ ਸਾਫ਼ ਆ ਦੋਵਾਂ ਜਥੇਬੰਦੀਆਂ ਦਾ ਵੀ ਖੇਤੀ ਕਾਨੂੰਨ ਰੱਦ ਕਰਾਉਣੇ ਆ। 1.5 ਸਾਲ ਜਿਹੜਾ ਸੀਗਾ ਕਿ ਕਿਹਾ ਜਦ ਤੱਕ ਰਿਪੋਰਟ ਨਹੀਂ ਬਣਦੀ ਉਦੋਂ ਤੱਕ ਨਹੀਂ 1.5 ਸਾਲ ਕਰ ਦਿੰਦੇ ਆ ਤੇ ਰਿਪੋਰਟ ਬਣਾ ਲਓ। ਜੇ ਰਿਪੋਰਟ 'ਚ ਕਿਹਾ ਗਿਆ ਵੀ ਇਹਨਾਂ ਨੂੰ ਵਾਪਸ ਲੈਣਾ ਤਾਂ ਵਾਪਸ ਲੈ ਲਾਂਗੇ, ਪਰ ਅਸੀਂ ਮੰਨਣ ਨਹੀਂ ਸੀਗਾ। ਨਹੀਂ, ਕੱਲ ਨੂੰ ਵਿਚਾਰ ਕੀਤਾ ਜਾਊ। ਕੱਲ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਦੀ ਪਹਿਲਾਂ 11 ਵਜੇ ਮੀਟਿੰਗ ਹੋਊ, ਉਸ ਤੋਂ ਬਾਅਦ 2 ਵਜੇ ਸੰਯੁਕਤ ਮੋਰਚੇ ਦੀ ਮੀਟਿੰਗ ਹੋਊ। ਸ਼ਾਮ ਤੱਕ ਮੀਟਿੰਗਾਂ ਚੱਲਣਗੀਆਂ ਤੇ ਪਰਸੋਂ ਨੂੰ 12 ਵਜੇ ਜਿਹੜੀ ਹੈ ਸਰਕਾਰ ਦੇ ਨਾਲ ਦੁਬਾਰਾ ਮੀਟਿੰਗ ਹੋਊ 'ਚ ਦੱਸਿਆ ਜਾਊ। ਪਰ ਸਰਕਾਰ ਨੂੰ ਅਸੀਂ ਅੱਜ ਇਹ ਕਹਿ ਕੇ ਆਏ ਹਾਂ ਵੀ ਅਸੀਂ ਤਾਂ ਰਿਪੀਲ ਦੇ ਹੱਕ 'ਚ ਆ, ਸੋਧਾਂ ਦੇ ਹੱਕ 'ਚ ਨਹੀਂ ਹੈਗੇ। ਤੇ ਲੇਕਿਨ ਇਸ ਤੇ ਵਿਚਾਰ ਕੀਤਾ ਜਾਏਗਾ। ਵਿਚਾਰ ਕੀਤਾ ਜਾਊਗਾ ਤੇ ਅਸੀਂ ਪਰਸੋਂ ਨੂੰ ਮੀਟਿੰਗ ਕਰਾਂਗੇ ਤੇ MSP ਤੇ ਵੀ ਅੱਜ ਕੋਈ ਗੱਲ ਅਜੇ ਨਹੀਂ ਹੋਈ। ਆਪ ਤੌਰ ਤੇ ਲੱਖੋਵਾਲ ਪੂਰਾ ਪ੍ਰੈਸ਼ਰ ਆ 26 ਤਰੀਕ ਦਾ, ਕਿਉਂਕਿ ਲੱਖਾਂ ਲੋਕ ਆ ਰਹੇ ਨੇ ਤੇ ਸਰਕਾਰ ਨੂੰ ਮੰਨਣਾ ਪਊਗਾ। ਸਰਕਾਰ ਨੂੰ ਅਸੀਂ ਮਨਾਵਾਂਗੇ, ਕੋਈ ਗੱਲ ਨਹੀਂ। ਕੁਝ ਨੇੜੇ ਆਈ ਆ, ਹੋਰ ਅੱਗੇ ਲੈ ਕੇ ਜਾਵਾਂਗੇ। ਪ੍ਰਪੋਜ਼ਲ ਬਿਲਕੁਲ ਖਾਰਿਜ ਨਹੀਂ ਕੀਤਾ ਤੁਸੀਂ? ਨਹੀਂ, ਅਸੀਂ ਕੱਲ ਨੂੰ ਖਾਰਜ ਕਰਾਂਗੇ। ਉਹ ਅਸੀਂ ਲੋਕਾਂ 'ਚ ਰੱਖਾਂਗੇ ਕੱਲ ਨੂੰ ਲਿਜਾ ਕੇ ਵੀ ਆਹ ਸਰਕਾਰ ਨੇ ਕਿਹਾ, ਉਹਦੇ ਲਈ ਅਸੀਂ ਲੋਕਾਂ ਦੇ ਤੇ ਗ੍ਰਹਾਂ ਦਾ ਸਾਫ਼ ਹੈ ਵੀ ਖੇਤੀ ਕਾਨੂੰਨ ਰੱਦ ਕਰਾਓ ਤੇ ਜਿਹੜੇ MSP ਦੇ ਕਾਨੂੰਨ ਲੈ ਕੇ ਆਓ। ਕਹਾਂਗੇ ਵਾਪਸ ਲੈ। ਠੀਕ ਹੈ, ਤੇ ਜਿਹੜੇ ਸ਼ਿਮਲਾ ਦੇ ਵਿੱਚ ਬੰਦੀਆਂ ਆਪਸ 'ਚ ਮੀਟਿੰਗ ਕਰਨਗੀਆਂ, ਉਸ ਤੋਂ ਬਾਅਦ ਤੈਅ ਹੋਏਗਾ ਕਿ ਸਰਕਾਰ ਦਾ ਜੋ ਪ੍ਰਪੋਜ਼ਲ ਹੈ ਉਸ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ। ਲੇਕਿਨ ਸਰਕਾਰ ਨੂੰ ਇਹ ਵੀ ਕਹਿ ਕੇ ਆ ਗਏ ਨੇ ਕਿ ਇਹ ਕਾਨੂੰਨ ਰੱਦ ਕਰੋ, ਇਹ ਕਾਨੂੰਨ ਰੱਦ ਕਰੋ। ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਨੇ। ਲੇਕਿਨ ਜੋ ਪ੍ਰਪੋਜ਼ਲ ਸਰਕਾਰ ਦਾ ਸੀਗਾ, ਜੋ ਨਿਊਜ਼ 18 ਨੇ ਸਭ ਤੋਂ ਪਹਿਲਾਂ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਈ ਸੀ, ਉਹ ਜਾਣਕਾਰੀ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ 1.5 ਤੋਂ 2 ਸਾਲ ਦਾ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਸੀਗਾ। ਕਿਸਾਨ ਆਗੂਆਂ ਨਾਲ ਗੱਲ ਕਰ ਰਹੇ ਆ, ਕੁਝ ਹੋਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਇੱਕ ਅਹਿਮ ਮੀਟਿੰਗ ਦੇ ਵਿੱਚ ਜ਼ਿਕਰ ਹੋਇਆ ਕਿ 2 ਸਾਲ ਤੱਕ ਕਾਨੂੰਨ ਜਿਹੜੇ ਨੇ ਉਹਨਾਂ ਤੇ ਰੋਕ ਲਾ ਦਿੰਨੇ ਆ, ਔਰ ਇਸ ਨੂੰ ਲੈ ਕੇ ਹੁਣ ਕੱਲ 11 ਵਜੇ ਮੀਟਿੰਗ ਕਰ ਰਹੀਆਂ ਜਥੇਬੰਦੀਆਂ। ਦੇਖੋ, ਸਰਕਾਰ ਵੱਲੋਂ ਬਾਅਦ ਦੁਪਹਿਰ ਇੱਕ ਪ੍ਰਪੋਜ਼ਲ ਆਈ ਤੀ ਵੀ ਅਸੀਂ ਇਹਨਾਂ ਕਾਨੂੰਨਾਂ ਦੇ ਉੱਤੇ 1.5 ਤੋਂ 2 ਸਾਲ ਤੱਕ ਦੀ ਰੋਕ ਲਾ ਦਿੰਨੇ ਆ। ਜੇ ਕਿਸਾਨਾਂ ਨੂੰ ਵਿਸ਼ਵਾਸ ਵਾਲੀ ਗੱਲ ਨਹੀਂ ਤਾਂ ਅਸੀਂ ਸੁਪਰੀਮ ਕੋਰਟ 'ਚ ਹਲਫੀਆ ਬਿਆਨ ਦੇ ਦਿਆਂਗੇ ਵੀ ਅਸੀਂ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰਦੇ ਹਾਂ 1.5-2 ਸਾਲ ਲਈ। ਔਰ ਉਹਦੇ ਦਰਮਿਆਨ ਇੱਕ ਕਮੇਟੀ ਬਣਾ ਲਈਏ। ਜੋ ਕਮੇਟੀ ਆਪਾਂ ਨੂੰ ਰਿਪੋਰਟ ਦੇਊਗੀ, ਉਹ ਰਿਪੋਰਟ ਨੂੰ ਸਰਕਾਰ ਲਾਗੂ ਕਰਨ ਲਈ ਪਾਬੰਦ ਹੈ। ਇੱਥੋਂ ਤੱਕ ਵੀ ਕਿਹਾ ਵੀ ਜੇ ਉਹ ਸਮੇਂ ਦੇ ਮੁਤਾਬਕ ਨਹੀਂ ਫੈਸਲਾ ਹੁੰਦਾ ਤਾਂ ਅਸੀਂ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਕਿਸਾਨਾਂ ਨੇ ਕਿਹਾ ਦੇਖੋ ਸਾਡਾ ਤਾਂ ਫੈਸਲਾ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਹੈ, ਅਸੀਂ ਤਿੰਨੇ ਕਾਨੂੰਨ ਰੱਦ ਕਰਾਉਣਾ ਨੇ, MSP ਦੇ ਕਾਨੂੰਨ ਬਣਾਉਣਾ ਹੈ। ਇਸ ਲਈ ਫਿਰ ਵੀ ਤੁਹਾਡੀ ਜਿਹੜੀ ਪ੍ਰਪੋਜ਼ਲ ਆਈ ਹੈ ਉਹਦੇ ਉੱਤੇ ਅਸੀਂ ਕੱਲ ਨੂੰ ਮੀਟਿੰਗ ਕਰਕੇ ਵਿਚਾਰਾਂਗੇ। ਕੱਲ ਨੂੰ ਸਰਕਾਰ ਮੀਟਿੰਗ ਕਰਨੀ ਚਾਹੁੰਦੀ ਵੀ ਕੱਲ ਨੂੰ ਅਸੀਂ ਮੀਟਿੰਗ ਨਹੀਂ ਕਰਨ ਆਉਂਦੇ, ਪਰਸੋਂ ਨੂੰ 12 ਵਜੇ ਮੀਟਿੰਗ ਕਰਾਂਗੇ। ਮੀਟਿੰਗ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਕਿਸਾਨਾਂ ਦਾ ਕੀ ਪੱਖ ਹੈ। ਤਾਂ ਵਿਚਾਰ ਕੀਤਾ ਜਾਏਗਾ, ਜੋ ਸਰਕਾਰ ਦਾ ਪ੍ਰਪੋਜ਼ਲ ਹੈ ਉਸ ਤੇ ਵਿਚਾਰ ਕੀਤਾ। ਸੋ ਇਸ ਵਕਤ ਬੂਟਾ ਸਿੰਘ ਬੁਰਜਗਲ ਮੇਰੇ ਨਾਲ ਨੇ। ਬੂਟਾ ਜੀ, ਅੱਜ ਦੀ ਮੀਟਿੰਗ ਵਿੱਚ ਮੁੱਖ ਤੌਰ ਤੇ ਕੀ ਏਜੰਡਾ ਰਹੇਗਾ? ਅਗਲੀ ਮੀਟਿੰਗ ਤੈਅ ਕਰ ਦਿੱਤੀ ਗਈ ਹੈ। ਦੇਖੋ, ਅੱਜ ਸਰਕਾਰ ਇੱਕ ਨਵੀਂ ਪ੍ਰਪੋਜ਼ਲ ਲੈ ਕੇ ਆਈ ਹੈ ਕਿ ਅਸੀਂ 2 ਸਾਲ ਦੇ ਲਈ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਆ। ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦੇ ਦਿੰਦੇ ਆ। ਅਸੀਂ ਅਜੇ ਰੱਦ ਤੇ ਖੜੇ ਹਾਂ ਕਿ ਇਹਨਾਂ ਨੂੰ ਰੱਦ ਕਰੋ। ਉਹ ਨਵੀਂ ਪ੍ਰਪੋਜ਼ਲ ਲੈ ਕੇ ਆਇਆ। ਪਹਿਲੀਆਂ 9 ਮੀਟਿੰਗਾਂ ਦੇ ਵਿੱਚ ਅਜਿਹੀ ਪ੍ਰਪੋਜ਼ਲ ਨਹੀਂ ਆਈ।
ਸੁਪਰੀਮ ਕੋਰਟ ਨੇ 2 ਮਹੀਨਿਆਂ ਦੇ ਲਈ ਇਹਨੂੰ ਸਸਪੈਂਡ ਕੀਤਾ, ਇਹ 2 ਸਾਲ ਲਈ ਲੈ ਕੇ ਆ ਰਹੇ ਆ। ਇਹਦੇ ਤੇ ਕੱਲ ਨੂੰ ਅਸੀਂ ਸਾਰਾ ਦਿਨ ਵਿਚਾਰ ਕਰਾਂਗੇ। ਪਹਿਲਾਂ ਪੰਜਾਬ ਵਾਲੀਆਂ ਜਥੇਬੰਦੀਆਂ ਦੀ ਮੀਟਿੰਗ ਹੋਊਗੀ, ਫਿਰ ਇੰਡੀਆ ਲੈਵਲ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਊਗੀ, ਪਰਸੋਂ 12 ਵਜੇ ਭਾਰਤ ਸਰਕਾਰ ਨਾਲ ਮੀਟਿੰਗ ਹੋਊਗੀ। ਜੋ ਪੁਲਿਸ ਨਾਲ ਕੱਲ ਨੂੰ ਮੀਟਿੰਗ ਅਸੀਂ ਰੱਖੀ ਸੀ ਉਹ ਮੀਟਿੰਗ ਅਸੀਂ ਕੈਂਸਲ ਕੀਤੀ। ਸੋ ਸਾਫ਼ ਤੌਰ ਤੇ ਜਿਹੜੀ ਇੱਕ ਕਮੇਟੀ ਬਣਾਉਣ ਦਾ ਫਿਰ ਇੱਕ ਆਫਰ ਦਿੱਤਾ ਗਿਆ ਕਿ ਕਮੇਟੀ ਜਿੰਨਾ ਚਿਰ ਕੋਈ ਫੈਸਲਾ ਨਹੀਂ ਲੈ ਲੈਂਦੀ ਉਨੀ ਦੇਰ ਤੱਕ ਇਹ ਕਾਨੂੰਨ ਮਤਲਬ ਸਸਪੈਂਡ ਮੰਨੇ ਜਾਣਗੇ। ਦੇਖੋ ਇਹ ਤਾਂ ਹੋ ਹੀ ਜਾਣਗੇ ਸਸਪੈਂਡ ਜਦੋਂ ਐਫੀਡੇਵਿਟ ਹੋ ਗਿਆ। ਇਹੀ ਤਾਂ ਅਸੀਂ ਵਿਚਾਰਨਾ ਹੈ ਕਿ ਜਿਹੜੀ ਕਮੇਟੀ ਵਾਲੀ ਪ੍ਰਪੋਜ਼ਲ ਹੈ 2 ਸਾਲ ਲਈ ਸਸਪੈਂਡ ਵਾਲੀ ਪ੍ਰਪੋਜ਼ਲ ਹੈ, ਇਹ ਕਿੰਨੀ ਕੁ ਠੀਕ ਹੈ ਕਿੰਨੀ ਕੁ ਗਲਤ ਹੈ। ਸੋ ਇਸ ਚੀਜ਼ ਨੂੰ ਲੈ ਕੇ ਵਿਚਾਰ ਕੀਤਾ ਜਾਏਗਾ। ਕੱਲ ਨੂੰ ਪੰਜਾਬ ਦੀਆਂ ਕਮੇਟੀਆਂ ਔਰ तमाम ਦੇਸ਼ ਦੀਆਂ ਜਥੇਬੰਦੀਆਂ ਇਸ ਤੇ ਫੈਸਲਾ ਕਰਨ। ਜਥੇਬੰਦੀਆਂ ਇਹਦੇ ਤੇ ਆਪੋ ਆਪਣੀ ਰਾਏ ਰੱਖਣਗੀਆਂ, ਸਾਂਝੀ ਸਹਿਮਤੀ ਬਣਾਵਾਂਗੇ। ਕੀ ਬਣਦੀ ਹੈ ਉਹ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਉਸ ਤੋਂ ਬਾਅਦ ਦੱਸ ਦੇਣਗੇ। ਖਾਣਾ ਖਾਣ ਤੋਂ ਬਾਅਦ ਗਏ ਹਾਂ, ਸਰਕਾਰ ਕਹਿੰਦੀ ਵੀ ਤੁਸੀਂ ਸਸਪੈਂਡ ਕਰਾ ਲਓ, ਸਾਲ ਕਰਾ ਲਓ, 1.5 ਸਾਲ ਕਰਾ ਲਓ, ਇੱਕ ਵਾਰ 2 ਸਾਲ ਵੀ ਕਹਿ ਗਏ। ਪਰ ਅਸੀਂ ਆਖਿਆ ਰਿਪੀਲ, ਸਾਡੀ ਰਿਪੀਲ ਤੇ ਆ। ਉਸ ਤੋਂ ਬਾਅਦ ਫਿਰ ਵਿਚਾਰ ਤੇ ਸੀਗਾ ਵੀ ਕੱਲ ਨੂੰ ਅਸੀਂ ਮੀਟਿੰਗ ਰੱਖੀ ਆਪਣੀ, ਕੱਲ ਨੂੰ ਆਪਣੀ ਮੀਟਿੰਗ ਵਿੱਚ ਅਸੀਂ ਵਿਚਾਰਾਂਗੇ ਤੇ ਇਹ ਤੁਸੀਂ ਆਪਣੀ ਕਰ ਲਓ। ਪਰਸੋਂ ਨੂੰ ਦੁਪਹਿਰੇ ਮੀਟਿੰਗ ਹੈ, ਉਹਦੇ ਵਿੱਚ ਕੀ ਨਿਕਲ ਕੇ ਆਉਂਦਾ ਫਿਰ ਪਤਾ ਲੱਗੂਗਾ। ਤੁਹਾਨੂੰ ਕੀ ਲੱਗ ਰਿਹਾ ਸਰਕਾਰ ਦੇ ਪ੍ਰਪੋਜ਼ਲ ਕਿਸ ਤਰੀਕੇ ਨਾਲ ਲੱਗ ਰਿਹਾ? ਸਰਕਾਰ ਜਿਹੜੀ ਇਹ ਰਿਪੀਲ ਕਰਨ ਤੇ ਆਊਗੀ, ਪਰਸੋਂ ਸਰਕਾਰ ਰਿਪੀਲ ਤੇ ਆ ਜਾਊਗੀ। ਸਾਨੂੰ 2 ਸਾਲਾਂ ਤੱਕ ਰੋਕ ਲਗਾਉਣ ਦੀ ਗੱਲ ਕੀਤੀ ਗਈ, ਉਸ ਨੂੰ ਲੈ ਕੇ ਤੁਹਾਨੂੰ ਠੀਕ ਲੱਗ ਰਿਹਾ ਪ੍ਰਪੋਜ਼ਲ? ਨਹੀਂ ਅਜੇ ਨਹੀਂ, ਉਹ ਵੀ ਅਸੀਂ ਵਿਚਾਰ ਕਰਾਂਗੇ ਨਾ। ਹਾਂ ਪੰਕਜ ਬਕਾਰ, ਅਸੀਂ ਕੱਲ ਨੂੰ ਸਾਰਿਆਂ ਦੀ ਮੀਟਿੰਗ ਰੱਖੀ ਹੋਇਆ, ਜਿੰਨੀਆਂ ਜਥੇਬੰਦੀਆਂ ਨੇ 572 ਜਥੇਬੰਦੀਆਂ ਨੇ ਜਿਨ੍ਹਾਂ ਦੇ 40 ਬੰਦੇ ਨੁਮਾਇੰਦਗੀ ਕਰਦੇ ਆ, ਉਹ ਕੱਲ ਨੂੰ ਅਸੀਂ ਕੱਲ ਨੂੰ ਸਾਰਾ ਵਿਚਾਰ ਲਵਾਂਗੇ। ਸਰਕਾਰ ਆਪਣੀ ਵਿਚਾਰ ਰਿਜੈਕਟ ਨਹੀਂ ਕੀਤਾ, ਉਹਨੂੰ ਰਿਜੈਕਟ ਨਹੀਂ ਕੀਤਾ। ਨਾ ਅਸੀਂ ਰਿਜੈਕਟ ਨਹੀਂ ਕੀਤਾ, ਅਸੀਂ ਕਿਹਾ ਅਸੀਂ ਵਿਚਾਰ ਕਰ ਲਾਂਗੇ, ਤੁਸੀਂ ਵਿਚਾਰ ਕਰ ਲਓ। ਸਾਡੀ ਮੰਗ ਜਿਹੜੀ ਉਹ ਰਿਪੀਲ ਦੀ ਹੈ, ਰਿਪੀਲ ਕਰਾਓ। 26 ਤਰੀਕ ਨੂੰ ਲੈ ਕੇ ਪ੍ਰੈਸ਼ਰ ਪੈ ਰਿਹਾ। ਕਿਸਾਨ ਆਗੂਆਂ ਨੇ ਰਿਜੈਕਟ ਨਹੀਂ ਕੀਤਾ, ਕਿਸਾਨ ਆਗੂ ਵਿਚਾਰ ਕਰਨਗੇ। ਵਿਚਾਰ ਇਸ ਗੱਲ ਤੇ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਗੱਲਬਾਤ ਹੋਏਗੀ। ਕਹਿ ਰਹੇ ਤੁਸੀਂ ਸੀਸੀਐਲ ਲਿਮਿਟ ਦੀ ਗੱਲ ਕਰ ਰਹੇ ਹੋ, ਸੀਸੀਐਲ ਲਿਮਿਟ ਜੋ ਜਾਰੀ ਕਰਦੀ ਹੈ ਸਰਕਾਰ, ਤੁਸੀਂ ਹੁਣ ਫਸਲ ਵਿਭਿੰਨਤਾ ਲਿਆਉਣ ਦੀ ਗੱਲ ਕਰ ਰਹੇ ਹੋ। ਦੇਖੋ ਇਹ ਤਾਂ ਬਹੁਤ ਜ਼ਰੂਰੀ ਆ, ਖਾਸ ਕਰਕੇ ਪੰਜਾਬ ਦੇ ਲਈ। ਜਿੰਨਾ ਪਾਣੀ ਡੂੰਘਾ ਚਲਿਆ ਗਿਆ ਤੇ ਜਿੰਨਾ ਮਤਲਬ ਜ਼ਹਿਰੀਲਾ ਸਾਰਾ ਹੋ ਚੁੱਕਿਆ ਇਹ ਬਹੁਤ ਜ਼ਰੂਰੀ ਹੈ। ਪਰ ਪ੍ਰਪੋਜ਼ਲ ਇਹ ਹੁਣ ਮੀਟਿੰਗ ਦਾ ਅਕਸਰ ਟਾਈਮ ਵੀ ਖਤਮ ਹੋ ਗਿਆ ਸੀ, ਐਂਡ ਤੇ ਪ੍ਰਪੋਜ਼ਲ ਰੱਖੀ ਸਰਕਾਰ ਨੇ ਤੇ ਅਸੀਂ ਕੱਲ ਨੂੰ ਮੀਟਿੰਗ ਕਰਾਂਗੇ, ਵਿਚਾਰਾਂਗੇ ਔਰ ਪਰਸੋਂ ਫਿਰ ਮੀਟਿੰਗ ਹੈ ਜੀ। ਉਮੀਦ ਹੈ ਇਸ ਪ੍ਰਪੋਜ਼ਲ ਤੇ ਜਥੇਬੰਦੀਆਂ ਕੁਝ ਰਾਜ਼ੀ ਹੋ ਰਹੀਆਂ ਨੇ ਜੋ ਸਰਕਾਰ ਦਾ ਪ੍ਰਪੋਜ਼ਲ। ਹਾਲੇ ਮੀਟਿੰਗ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ, ਮੀਟਿੰਗ ਕਰਾਂਗੇ। ਵੈਸੇ ਰਿਪੀਟ ਟੀ ਬ੍ਰੇਕ ਦੇ ਵਿੱਚ ਕੁਝ ਮੁਲਾਕਾਤ ਕੀਤੀ ਹੈ, ਆਪਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਗੱਲਬਾਤ ਕੀਤੀ ਹੈ, ਤਾਂ ਉਸ ਦੇ ਵਿੱਚ ਆਪਸੀ ਰਾਏ ਕਿੰਨੀ ਕੁ ਬਣਦੀ ਨਜ਼ਰ ਆਈ ਹੈ? ਇਹਨਾਂ ਜਿਹੜੀ ਆਫਰ ਅੱਜ ਦਾ ਆਫਰ ਦਿੱਤਾ ਉਸ ਨੂੰ ਲੈ ਕੇ ਆਪਸੀ ਸਹਿਮਤੀ ਕਿੰਨੀ ਕੁ ਪੋਜ਼ਿਟਿਵ ਨੈਗੇਟਿਵ ਨਜ਼ਰ ਆ ਰਹੀ ਹੈ? ਨਹੀਂ ਦੇਖੋ ਇਸ ਮੁੱਦੇ ਤੇ ਨਹੀਂ ਅਸੀਂ ਪਾਸੇ ਹੋਏ, ਅਸੀਂ ਇਸ ਮੁੱਦੇ ਤੇ ਪਾਸੇ ਹੋਏ ਹਾਂ ਕਿ ਜਿਹੜੀ ਕੱਲ ਨੂੰ ਪੁਲਿਸ ਨਾਲ ਮੀਟਿੰਗ ਰੱਖੀ ਸੀ ਅਸੀਂ ਪਹਿਲਾਂ 11 ਵਜੇ, ਉਹਦਾ ਕੀ ਕਰਨਾ, ਜਿਹੜੀ ਪੰਜਾਬ ਵਾਲੀਆਂ ਜਥੇਬੰਦੀਆਂ ਦੀ ਮੀਟਿੰਗ ਹੈ ਉਹਦਾ ਕੀ ਕਰਨਾ, ਤੇ ਜਿਹੜੀ ਭਾਰਤ ਸਰਕਾਰ ਨਾਲ ਕਰਨੀ ਹੈ ਉਹ ਕਦੋਂ ਕਰਨੀ ਹੈ। ਇਸ ਤੇ ਸਹਿਮਤੀ ਬਣੀ ਸੀ ਸਾਡੀ ਕਿ ਪੁਲਿਸ ਵਾਲੀ ਰੱਦ ਕਰ ਦਿਓ ਤੇ ਕੱਲ ਨੂੰ ਸਾਰਾ ਦਿਨ ਪਹਿਲਾਂ ਪੰਜਾਬ ਵਾਲੀਆਂ ਜਥੇਬੰਦੀਆਂ, ਫਿਰ ਇੰਡੀਆ ਲੈਵਲ ਦੀਆਂ ਜਥੇਬੰਦੀਆਂ, ਉਸ ਤੋਂ ਬਾਅਦ ਪਰਸੋਂ 12 ਵਜੇ ਭਾਰਤ ਸਰਕਾਰ ਨਾਲ ਗੱਲ ਕਰਕੇ ਅਗਰ ਜੇ ਫੈਸਲੇ ਦਾ ਫੈਸਲਾ ਹੋ ਜਾਂਦਾ, ਕੋਈ ਸਹਿਮਤੀ ਬਣ ਜਾਂਦੀ ਹੈ, ਫਿਰ ਪੁਲਿਸ ਵਾਲੀ ਮੀਟਿੰਗ ਦੀ ਲੋੜ ਨਹੀਂ ਰਹਿ ਜਾਂਦੀ, ਫਿਰ 26 ਵਾਲੀ ਦੀ ਵੀ ਲੋੜ ਨਹੀਂ ਰਹਿ ਜਾਂਦੀ, ਫਿਰ 26 ਦੇ ਸਮਾਗਮ ਤਾਂ ਅਸੀਂ ਪੰਜਾਬ ਦੇ ਵਿੱਚ ਮਨਾ ਲਾਂਗੇ। ਜੇ ਅੱਜ ਵਾਲੀ ਮੀਟਿੰਗ ਦੀ ਗੱਲ ਕਰੀਏ ਤਾਂ ਐਨਆਈਏ ਦੇ ਇੱਕ ਮੁੱਦਾ ਚੁੱਕਿਆ ਗਿਆ ਸੀ, ਕੀ ਲੱਗਦਾ ਉਸ ਦਾ ਸੋਲੂਸ਼ਨ ਨਿਕਲ ਗਿਆਗਾ ਜਿਹੜਾ ਭਰੋਸਾ ਕੇਂਦਰ ਉਹ ਤੇ ਅਸੀਂ ਬਹੁਤ ਜ਼ੋਰ ਨਾਲ ਮੁੱਦਾ ਚੱਕਿਆ ਸੀ, ਇਹ ਤਾਂ ਵਿਸ਼ਵਾਸ ਦਿਵਾਇਆ ਸੀਗਾ ਇਹਨੇ ਖੇਤੀ ਮੰਤਰੀ ਨੇ। ਅਸੀਂ ਮੰਗ ਕਰੀ ਸੀ ਕਿ ਜਿੰਨੇ ਨੋਟਿਸ ਭੇਜੇ ਹੈ, ਉਹ ਕਹਿੰਦੇ ਵੀ ਇਸ ਤੋਂ ਬਾਅਦ ਨਹੀਂ ਜਾਣਗੇ। ਅਸੀਂ ਕਿਹਾ ਜਿੰਨੇ ਨੋਟਿਸ ਭੇਜੇ ਸਾਰੇ ਵਾਪਸ ਲਓ, ਉਹ ਕਹਿੰਦੇ ਇਹਦੇ ਸੋਚਾਂਗੇ। ਸਰ ਜਿਸ ਮੀਟਿੰਗ ਨੂੰ ਕੀ ਤੁਸੀਂ ਦੋਗੇ ਕਿ ਇਹ ਬੇਸਿੱਟਾ ਰਹੀ ਹੈ ਕਿ ਕੋਈ ਸਿੱਟਾ ਨਿਕਲਿਆ ਇਹਦੇ ਵਿੱਚ? ਨਹੀਂ ਸਿੱਟਾ ਤਾਂ ਨਿਕਲਿਆ, ਇੱਕ ਨਵੀਂ ਪ੍ਰਪੋਜ਼ਲ ਆਈ ਆ ਜਿਹੜੀਆਂ ਪਹਿਲੀਆਂ ਮੀਟਿੰਗਾਂ ਦੇ ਵਿੱਚ ਨਹੀਂ ਆਈ। ਜਿਵੇਂ ਸੁਪਰੀਮ ਕੋਰਟ ਨੇ 2 ਮਹੀਨੇ ਲਈ ਸਸਪੈਂਡ ਕੀਤੇ ਕਾਨੂੰਨ, ਠੀਕ ਹੈ, ਅਸੀਂ ਉਹਨੂੰ ਰੱਦ ਕੀਤਾ। ਇਹ ਇੱਕ ਨਵੀਂ ਪ੍ਰਪੋਜ਼ਲ ਆ ਕਿ 2 ਸਾਲ ਲਈ, ਇਹ ਵੀ ਕਹਿ ਰਿਹਾ ਕਿ ਇਹਨੂੰ ਹੋਰ ਵੀ ਵਧਾਇਆ ਜਾ ਸਕਦਾ, 2 ਸਾਲਾਂ ਤੋਂ ਬਾਅਦ 2 ਸਾਲਾਂ ਲਈ ਹੋਰ ਵੀ ਵਧਾਇਆ ਜਾ ਸਕਦਾ। ਇਸ ਕਰਕੇ ਜ਼ਰੂਰੀ ਹੈ ਸਾਡੇ ਵਿਚਾਰਨ ਦਾ। ਅਸੀਂ ਖੜੇ ਆ ਅਜੇ ਤੱਕ ਰੱਦ ਵਾਲੀ ਗੱਲ ਤੇ, ਕੱਲ ਨੂੰ ਕੀ ਸਹਿਮਤੀ ਬਣਦੀ ਹੈ ਪੰਜਾਬ ਵਾਲੀਆਂ ਜਥੇਬੰਦੀਆਂ ਦੀ, ਇੰਡੀਆ ਦੀਆਂ ਜਥੇਬੰਦੀਆਂ। ਇਹ ਸਮਾਂ ਵੀ ਜਿਹੜਾ ਹੈਗਾ ਹੋਰ ਵਧਾਇਆ ਜਾ ਸਕਦਾ ਕਿ 2 ਦੀ ਜਗ੍ਹਾ 3 ਸਾਲ ਕਰ ਦਿੱਤਾ ਜਾਵੇ? ਇਹ ਕਹਿੰਦੇ ਵਧਾਇਆ ਜਾ ਸਕਦਾ, ਉਹਨਾਂ ਦਾ ਆਪਦਾ ਕਹਿਣਾ ਹੈ ਕਿ ਇੱਕ ਵਾਰ 2 ਸਾਲ ਕਰ ਲਓ, ਉਸ ਤੋਂ ਬਾਅਦ ਤਾਂ ਫਿਰ ਚੋਣਾਂ ਵੀ ਹੋ ਜਾਣਗੀਆਂ। ਹਾਂ 2 ਸਾਲ ਤੋਂ ਬਾਅਦ 2 ਸਾਲ ਲਈ ਹੋਰ ਵਧਾਇਆ ਜਾ ਸਕਦਾ। ਇਹ ਸੋਚਣ ਵਾਲਾ ਵਿਸ਼ਾ ਨਾ। ਬੂਟਾ ਜੀ ਜੇ ਕੱਲ ਦੀ ਮੀਟਿੰਗ ਵਿੱਚ ਆਪਸੀ ਸਹਿਮਤੀ ਬਣ ਜਾਂਦੀ ਹੈ ਤਾਂ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਕਿ ਅੰਦੋਲਨ ਖਾਤਮੇ ਵੱਲ ਹੈ। ਹਾਂ ਫਿਰ ਅੰਤਮ ਪੜਾਅ ਵੱਲ ਹੋਊਗਾ ਜੇ ਕੱਲ ਵਾਲੀ ਮੀਟਿੰਗ 'ਚ ਸਹਿਮਤੀ ਬਣ ਜਿਸ ਤਰੀਕੇ ਨਾਲ ਕੋਈ ਇਹਦੀ ਗੱਲ ਤਣਪਤਨ ਨਹੀਂ ਲੱਗ ਰਹੀ ਸੀ, ਤਾਂ ਹੁਣ ਲੱਗਦਾ ਕਿ ਤਣਪਤਨ ਲੱਗਦੀ ਹੋਈ ਨਜ਼ਰ ਆ ਰਹੀ ਹੈਗੀ ਹੈ। ਦੇਖੋ ਜਿੰਨਾ 26 ਦਾ ਦਬਦਬਾ ਬਣਿਆ ਹੋਇਆ ਨਾ, 26 ਪ੍ਰਪੋਜ਼ਲ ਬਾਰੇ ਅਸੀਂ ਕੱਲ ਮੀਟਿੰਗ ਸੱਦੀ ਹੈ। ਕੱਲ ਨੂੰ ਮੀਟਿੰਗ ਸਾਡੀਆਂ 32
ਪਹਿਲਾਂ ਸਾਡੀਆਂ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੀਟਿੰਗ ਹੈ, ਫਿਰ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ, ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ। ਉਹਦੇ 'ਚ ਅਸੀਂ ਵਿਚਾਰਾਂਗੇ। ਅਸੀਂ ਹਲੇ ਖੜੇ ਮੀਟਿੰਗ ਆਪਣੀ ਕੀਤੀ ਹੈ। ਅਸੀਂ ਸਰਕਾਰ ਨੂੰ ਕਿਹਾ ਹੈ ਕਿ ਅਸੀਂ ਕਿਸਾਨ ਇਹਨਾਂ 3 ਕਾਨੂੰਨਾਂ ਨੂੰ ਰੱਦ ਕਰਨ ਤੇ ਹੀ ਖੜੇ ਹਾਂ। ਲੇਕਿਨ ਜੋ 2 ਸਾਲ ਤੱਕ ਤੇ ਸਰਕਾਰ ਨੇ ਕਿਹਾ ਕਿ ਕਾਨੂੰਨਾਂ ਤੇ ਰੋਕ ਲਗਾ ਦਿੰਦੇ ਆ, ਉਸ ਨੂੰ ਲੈ ਕੇ ਸਹਿਮਤ ਉਸੇ ਨੂੰ ਉਹਨਾਂ ਨੇ ਕਿਹਾ 2 ਸਾਲ ਦਾ ਰੋਕ ਲਾ ਦਿੰਦੇ ਹਾਂ। ਇਹਨੂੰ ਅਸੀਂ ਵਿਚਾਰਾਂਗੇ ਕੱਲ ਮੀਟਿੰਗ ਤੇ। ਲੇਕਿਨ ਮੀਟਿੰਗ ਤੇ ਵਿਚਾਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਰੱਦ ਕਰਨ ਨੂੰ ਕਿਤੇ ਪਿੱਛੇ ਹਟ ਗਏ। ਅਸੀਂ ਰੱਦ ਕਰਨ ਦੇ ਉੱਤੇ ਖੜੇ। ਸਰਕਾਰ ਦੇ ਇਸ ਫੈਸਲੇ ਨੂੰ, ਸਰਕਾਰ ਦੇ ਇਸ ਪ੍ਰਪੋਜ਼ਲ ਨੂੰ ਪੋਜ਼ਿਟਿਵ ਮੰਨ ਰਹੇ ਹੋ? ਕਿਸ ਤਰੀਕੇ ਨਾਲ ਮੰਨ ਰਹੇ ਹੋ ਸਰਕਾਰ ਦੇ ਇਸ ਪ੍ਰਪੋਜ਼ਲ ਨੂੰ? ਸਰਕਾਰ ਦੀ ਪ੍ਰਪੋਜ਼ਲ ਇੱਕ ਹੱਦ ਤੱਕ ਹੈਗੀ ਆ, ਮਤਲਬ ਚੰਗੇ ਪਾਸੇ ਵਾਲ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਵਾਲੇ ਦਿਨ। ਪਰ ਇਹ ਸੋਚਾਂਗੇ ਅਸੀਂ ਇਹਨੂੰ, ਕਿਉਂਕਿ ਅਸੀਂ ਰਿਪੀਲ ਤੇ ਅਸੀਂ ਕੱਲ ਨੂੰ ਮੀਟਿੰਗ ਦੇ ਵਿੱਚ, ਕੱਲ ਨੂੰ ਮੀਟਿੰਗ ਹੋਏਗੀ, ਉਸ ਤੇ ਫੈਸਲਾ ਲਿੱਤਾ ਜਾਏਗਾ। ਹਾਂ, ਪਹਿਲਾਂ ਸੂਬਿਆਂ ਦੀਆਂ ਮੀਟਿੰਗਾਂ ਹੋਣਗੀਆਂ, ਫਿਰ ਨੈਸ਼ਨਲ ਲੈਵਲ ਦੀ ਮੀਟਿੰਗ ਹੋਏਗੀ। ਰੁਲਦੂ ਸਿੰਘ ਹੋਰਾਂ ਨਾਲ ਵੀ ਗੱਲ ਕਰਦੇ ਆ। ਰੁਲਦੂ ਸਿੰਘ ਹੋਰਾਂ ਨਾਲ ਵੀ ਗੱਲ ਕਰਦੇ ਆ, ਉਹ ਕਿਸ ਤਰੀਕੇ ਨਾਲ ਦੇਖਦੇ ਨੇ। ਅਪੀਲ ਕਰਾਉਣ ਤੇ ਖੜੇ ਹਾਂ। ਕੱਲ ਨੂੰ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋਏਗੀ, ਫਿਰ ਉਹਦੇ ਬਾਅਦ ਆਲ ਇੰਡੀਆ ਦੀ ਮੀਟਿੰਗ ਹੋਏਗੀ। ਕੋਈ ਨਤੀਜਾ ਕੱਢ ਕੇ ਪਰਸੋਂ ਫਿਰ ਅਸੀਂ ਇਹਨਾਂ ਨਾਲ ਗੱਲਬਾਤ ਤੁਹਾਨੂੰ ਲੱਗਦਾ ਪਿੱਛੇ ਹਟੀ ਹੈ ਸਰਕਾਰ ਹੈ ਕੋਈ ਫਰਕ ਪਿਆ ਕੱਢੀ। ਐਨਆਈ ਦੇ ਨੋਟਿਸਾਂ ਤੇ ਜਿਹੜਾ ਸਰਕਾਰ ਦਾ ਜਵਾਬ ਆਇਆ, ਤੁਸੀਂ ਸੰਤੁਸ਼ਟ ਹੋ ਉਸ ਜਵਾਬ ਤੋਂ? ਐਨਆਈ ਦੇ ਨੋਟਿਸਾਂ ਤੇ ਜੋ ਜਵਾਬ ਦਿੱਤਾ ਸਰਕਾਰ ਨੇ, ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੇ ਨੋਟਿਸ ਨੇ ਵਾਪਸ ਲਵਾਂਗੇ। ਐਮਐਸਪੀ ਵਾਪਸ ਗੱਲ ਹੋਈ ਹੈ। ਐਮਐਸਪੀ ਤੇ ਪਰਸੋਂ ਚਰਚਾ ਹੋਏਗੀ ਫਿਰ ਜੀ। ਉਹ ਕਹਿੰਦੇ ਨੇ ਵੀ ਅਸੀਂ ਐਮਐਸਪੀ ਦੇ ਉੱਤੇ ਵੀ ਕਮੇਟੀ ਬਣਾਵਾਂਗੇ। ਅਸੀਂ ਨਹੀਂ ਪਰਸੋਂ ਚਰਚਾ ਕਰਾਂਗੇ। ਕਿਸਾਨ ਪਰੇਡ ਬਾਰੇ ਸੁਪਰੀਮ ਕੋਰਟ ਵਾਲੀ ਕਮੇਟੀ ਦੇ ਅੱਗੇ ਕੱਲ ਨੂੰ ਕਹਿ ਕੇ ਪੇਸ਼ ਹੋਵੋਗੇ। ਉੱਥੇ ਸਾਡਾ ਕੋਈ ਕੰਮ ਨਹੀਂ। ਕਿਸਾਨ ਪਰੇਡ ਬਾਰੇ ਕੋਈ ਚਰਚਾ ਹੋਈ ਜੀ ਅੰਦਰ? ਉਹ ਇੱਥੇ ਨਹੀਂ ਚਰਚਾ ਹੋਈ, ਪੁਲਿਸ ਵਾਲਿਆਂ ਦੀ ਮੀਟਿੰਗ 'ਚ ਹੋਈ। ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਪਰੇਡ ਹੋਏਗੀ। ਅੱਜ ਕੀ ਕਿਹਾ ਦਿੱਲੀ ਪੁਲਿਸ ਨਹੀਂ ਪੱਕੀ ਹੋਏਗੀ। ਪੁਲਿਸ ਕੀ ਕਹਿੰਦੀ ਹੈ ਰਜੇਵਾਲ ਸਾਹਿਬ? ਅੱਜ ਮੀਟਿੰਗ ਹੋਈ ਤੁਹਾਡੀ? ਉਹਨਾਂ ਨੂੰ ਕਿਹਾ, ਉਹ ਸਾਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਸੀ ਕਿ ਇੱਕੋ ਵਾਰੀ ਸੁਣ ਲਓ, ਅਸੀਂ ਦਿੱਲੀ ਦੇ ਵਿੱਚ ਪਰੇਡ ਕਰਨੀ ਹੈ ਔਰ ਜਿਹੜੀ ਰਿੰਗ ਰੋਡ ਹੈ ਇਹਦੇ ਤੇ ਕਰਨੀ ਹੈ। ਸਾਡਾ ਨਾ ਲਾਲ ਕਿਲੇ ਤੇ ਨਾ ਸਰਕਾਰੀ ਪਰੇਡ ਨੂੰ ਡਿਸਟਰਬ ਕਰਨ ਦਾ ਜਾਂ ਇੰਡੀਆ ਗੇਟ ਤੇ ਸਾਡਾ ਕੋਈ ਪ੍ਰੋਗਰਾਮ ਨਹੀਂ। ਅਸੀਂ ਪੀਸਫੁਲੀ ਕਰਨਾ ਚਾਹੁੰਦੇ ਹਾਂ। ਔਰ ਅਸੀਂ ਚਾਹੁੰਦੇ ਹਾਂ ਵੀ ਦੁਨੀਆ ਦੇਖੇ, ਜੇ ਅਸੀਂ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਅਸੀਂ ਦੁਨੀਆ ਦੀ ਕਹਿੰਦੇ ਹਾਂ, ਤਾਂ ਇੱਥੇ ਦੇ ਕਿਸਾਨ ਜਿਹੜੀ ਪਰੇਡ ਕਰਨਗੇ, ਇਹ ਦੁਨੀਆ ਦੇ ਵਿੱਚ ਲਾਮਿਸਾਲ ਪਹਿਲੀ ਇਦਾਂ ਦੀ ਪਰੇਡ ਹੋਏਗੀ। ਇੰਨੀ ਵੱਡੀ ਪਰੇਡ ਕਿਤੇ ਦੁਨੀਆ 'ਚ ਹੋਈ ਨਹੀਂ। ਜੇ ਖੇਤੀ ਕਾਨੂੰਨ ਪਹਿਲਾਂ ਰੱਦ ਹੋ ਜਾਂਦੇ ਨੇ, ਫਿਰ ਤੁਸੀਂ ਪਰੇਡ ਕਰੋਗੇ? ਨਹੀਂ, ਉਹ ਹਾਲੇ ਨਹੀਂ, ਇਹ ਸਵਾਲ ਇਹਦਾ ਜਦੋਂ ਹਾਲੇ ਕੁਝ ਪਤਾ ਨਹੀਂ। ਹਾਲੇ ਅਸੀਂ ਅੰਦੋਲਨ 'ਚ ਅਜੇ ਤੱਕ ਹੈ ਕਿ ਸਾਨੂੰ ਇਹ ਮੱਠੇ ਨਾ ਪਾਓ। ਦਿੱਲੀ 3 ਵਾਰ ਸਰਕਾਰ ਨੇ ਕਹਿਤਾ ਕਿ ਕਮੇਟੀ ਛੋਟੀ ਕਰ ਲਓ, ਕਮੇਟੀ ਛੋਟੀ ਕਰ ਲਓ। ਸੁਪਰੀਮ ਕੋਰਟ ਨੇ ਵੀ ਕਹਿਤਾ। ਇਹਨੂੰ ਕਿਵੇਂ ਦੇਖਦੇ ਹੋ? ਵਾਰ-ਵਾਰ ਮੀਟਿੰਗ ਦੇ ਵਿੱਚ ਇਹ ਪ੍ਰਸਤਾਵ, ਤੁਸੀਂ ਕਿਹੜੀ ਕਮੇਟੀ ਦੀ ਗੱਲ ਕਰਦੇ ਹੋ ਤੁਸੀਂ? ਜਿਹੜੀ ਕੇਂਦਰ ਸਰਕਾਰ ਵਾਰ-ਵਾਰ ਇਹ ਕਹਿੰਦੀ ਹੈ ਕਿ ਕਮੇਟੀ ਬਣਾ ਦਿੰਨੇ ਆਪਾਂ, ਇਹਦੇ ਤੇ ਹੱਲ ਨਹੀਂ, ਅਸੀਂ ਕਿਹੜਾ ਮੰਨਿਆ ਨਾ। ਇਹਨੂੰ ਕਿਵੇਂ ਦੇਖਦੇ ਹੋ? ਵਾਰ-ਵਾਰ ਸਰਕਾਰ ਉਹੀ ਗੱਲ ਅਸੀਂ ਤਾਂ ਰਿਪੀਲ ਕਰਨ ਤੇ ਹੀ ਖੜੇ ਹਾਂ। ਉਹਨਾਂ ਦੀ ਪ੍ਰਪੋਜ਼ਲ ਆਈ ਹੈ, ਕੱਲ ਨੂੰ ਵਿਚਾਰ ਕਰਾਂਗੇ। ਰਾਜਾ ਸਾਹਿਬ, ਕੱਲ ਦਾ ਕੀ ਪਲਾਨ ਹੈ? ਦਿੱਲੀ ਪੁਲਿਸ ਨਾਲ ਮੁੜ ਤੋਂ ਮੀਟਿੰਗ ਹੈ? ਹਾਂ, ਰੱਖੀ ਹੈ ਉਹਨਾਂ ਨੇ ਮੀਟਿੰਗ। ਦੇਖਦੇ ਹਾਂ, ਵੇਲ ਲੱਗੂਗਾ ਤਾਂ ਆਹੂ। ਤੁਹਾਡੀ ਆਪਣੀ ਮੀਟਿੰਗ ਹੈ 32 ਕਿਸਾਨ? ਸਾਡੀ ਆਪਣੀ ਪਹਿਲਾਂ 32 ਦੀ ਹੈ, ਫਿਰ ਉਹਦੇ ਬਾਅਦ ਨੈਸ਼ਨਲ ਲੈਵਲ ਦੀ ਮੀਟਿੰਗ ਹੈ। सारा दिन कल मीटिंगों में बिजी होंगे। लेकिन सर सरकार दिल्ली पुलिस की तरफ से कोई रोड मैप दिया गया है आपको कि यहाँ पर आप? हमने दे दिया उनको, उनका रोड मैप हम नहीं जानते, हमने अपना रोड मैप दे दिया है। राज्यपाल साहब जी कल दी मीटिंग होंगी, पुलिस की मुस्तैदी बहुत बढ़ा दी है। सुबह देखो बहुत पुलिस आई, ये ਤੁਹਾਡੇ ਵਾਸਤੇ ਉਹ ਸਾਨੂੰ ਨਹੀਂ ਨਾ ਤੇ ਡਰ ਲੱਗਦਾ। बहुत धन्यवाद। कर रहे हैं, समझ रहे हैं ਉਹ ਇਸ ਵੇਲੇ ਕੀ ਵਿਚਾਰ ਕਰ ਰਹੇ ਨੇ, ਉਹ ਇਸ ਵੇਲੇ ਕੀ ਸੋਚ ਰਹੇ ਨੇ। ਇੱਕ ਇੱਕ ਆਗੂ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਹਰ ਕਿਸੇ ਦਾ ਤਰਕ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਕੱਲ ਅਹਿਮ ਮੀਟਿੰਗ ਹੋਣੀ ਹੈ ਸਰਕਾਰ ਦੇ ਨਾਲ। ਪਰਸੋਂ ਮੀਟਿੰਗ ਹੋਣੀ ਹੈ, ਲੇਕਿਨ ਉਸ ਤੋਂ ਪਹਿਲਾਂ ਜਥੇਬੰਦੀਆਂ ਆਪਸ ਤੈਅ ਕਰਨਗੀਆਂ ਕਿ ਕਿਸ ਤਰੀਕੇ ਨਾਲ ਮੀਟਿੰਗ ਦੇ ਵਿੱਚ ਕੀ ਕੁਝ ਰਹੇਗਾ, ਕਿਸ ਤਰੀਕੇ ਨਾਲ ਸਰਕਾਰ ਨੇ ਜੋ ਪ੍ਰਪੋਜ਼ਲ ਦਿੱਤਾ ਹੈ ਉਸ ਨੂੰ ਜਥੇਬੰਦੀਆਂ ਕਿਸ ਤਰੀਕੇ ਨਾਲ ਦੇਖਦੀਆਂ ਨੇ। ਗੁਰਨਾਮ ਸਿੰਘ ਹੋਰਾਂ ਕੋਲ ਚਲਦੇ ਹਾਂ। ਗੁਰਨਾਮ ਸਿੰਘ ਚਡੂਨੀ ਕੀ ਕੁਝ ਕਹਿ ਰਹੇ ਨੇ, ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਨਹੀਂ, ਵਾਪਸ ਲੈਣ ਦੀ ਗੱਲ ਨਹੀਂ ਹੋਈ। ਉਹਨਾਂ ਕਿਹਾ ਵੀ ਜੇ ਤੁਹਾਡੀ ਸਹਿਮਤੀ ਬਣ ਜੇ ਅਸੀਂ ਉੱਥੇ ਐਫੀਡੇਵਿਟ ਦੇ ਦਿਆਂਗੇ ਸਥਗਿਤ ਕਰਨ ਵਾਸਤੇ। ਸੁਪਰੀਮ ਕੋਰਟ ਨੇ ਅੱਜ ਇਹ ਵੀ ਕਿਹਾ ਕਿਸਾਨਾਂ ਨੂੰ ਕਿ ਜਿਹੜੀ ਕਮੇਟੀ ਬਣੀ ਹੈਗੀ ਹੈ ਉਹਦੇ ਤੇ ਤੁਸੀਂ ਫਾਲਤੂ ਦੇ ਜਿਹੜੇ ਬਿਆਨਬਾਜ਼ੀਆਂ ਨੇ ਉਹ ਨਾ ਕਰੋ। ਇਹ ਕਿਸੇ ਦੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ। ਕਮੇਟੀ ਹੈ ਜਿਹੜੀ ਸਿਰਫ ਤੇ ਸਿਰਫ ਰਿਪੋਰਟ ਦੇਵੇਗੀ, ਤੁਸੀਂ ਬਿਆਨਬਾਜ਼ੀ ਨਾ ਕਰੋ। ਥੋੜੀ ਤਿੱਖੇ ਸ਼ਬਦਾਂ 'ਚ ਨਹੀਂ, ਇਹ ਕੋਈ ਗੱਲ ਨਹੀਂ ਆਈ, ਇਹ ਕੋਈ ਗੱਲ ਨਹੀਂ ਆਈ। ਹੋਰ ਕਮੇਟੀ ਬਣਾਉਣ ਦੀ ਜਿਹੜੀ ਆਪਣੀ ਮਰਜ਼ੀ ਨਾਲ ਇੱਥੇ ਕੋਈ ਕਮੇਟੀ ਬਹਿ ਕੇ ਬਣਾਣੀ ਹੈ ਉਸ ਤੇ ਵਿਚਾਰ ਕਰ ਸਕਦੇ ਹੋ। ਉਸ ਕਮੇਟੀ ਦੀ ਕੋਈ ਗੱਲ ਨਹੀਂ ਹੈ। ਜਿਹੜੀ ਅੱਜ ਸਰਕਾਰ ਨੇ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਉਹਦੇ ਵਿੱਚ ਕੁਝ ਮੈਂਬਰਾਂ ਦੇ ਨਾਮ ਵੀ ਦੱਸੇ ਨੇ। ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ। ਰਜਿੰਦਰ ਜੀ, ਕਿਵੇਂ ਦੇਖਦੇ ਹੋ ਅੱਜ ਦੀ ਜੋ ਸਰਕਾਰ ਨੇ ਨਵਾਂ ਪ੍ਰਪੋਜ਼ਲ ਦਿੱਤਾ ਵਾ? ਦੇਖੋ, ਸਰਕਾਰ ਨੇ ਕਿਹਾ ਵੀ ਅਸੀਂ ਖੇਤੀ ਕਾਨੂੰਨ ਜਿਹੜੇ ਸਸਪੈਂਡ ਕਰਨ ਵਾਸਤੇ ਤਿਆਰ ਹਾਂ।
ਸਸਪੈਂਡ ਤਾਂ ਸੁਪਰੀਮ ਕੋਰਟ ਨੇ ਕੀਤੇ ਵੀ ਅਸੀਂ ਉੱਥੇ ਐਫੀਡੇਵਿਟ ਦੇਣ ਨੂੰ ਤਿਆਰ ਹੈਗੇ ਆ। 1.5 ਸਾਲ 2 ਸਾਲ ਹੀ ਸਸਪੈਂਡ ਕੀਤੇ ਜਾ ਸਕਦੇ ਕਾਨੂੰਨ, ਤੇ ਉਹਨਾਂ ਸਮਾਂ ਕਮੇਟੀ ਜਿਹੜਾ ਫੈਸਲਾ ਕਰੂਗੀ। ਪਰ ਅਸੀਂ ਕਾਨੂੰਨ ਰੱਦ ਕਰਾਉਣ ਤੇ ਖੜੇ ਆ, ਔਰ ਕਾਨੂੰਨ ਰੱਦ ਕਰਾਉਣ ਤੇ ਲੜਾਈ ਸ਼ੁਰੂ ਹੋਈ ਆ, ਔਰ ਰੱਦ ਕਰਾਉਣ ਤੱਕ ਇਹ ਲੜਾਈ ਜਿਹੜੀ ਆ ਜਾਰੀ ਰਹੂਗੀ। ਅੱਜ ਦੇ ਪ੍ਰਪੋਜ਼ਲ ਨੂੰ ਰਿਜੈਕਟ ਨਹੀਂ ਕੀਤਾ ਗਿਆ। ਕੱਲ ਜਥੇਬੰਦੀਆਂ ਆਪਸ ਵਿੱਚ ਮੀਟਿੰਗ ਕਰਨਗੀਆਂ, ਸੋਚਣਗੀਆਂ ਔਰ ਵਿਚਾਰ ਕਰਨਗੀਆਂ, ਔਰ ਉਸ ਤੋਂ ਬਾਅਦ ਪਰਸੋਂ ਆਇਆ ਜਾਏਗਾ। ਦੇਖੋ ਹਰ ਮੀਟਿੰਗ 'ਚ ਇਹ ਹੁੰਦਾ, ਜਦੋਂ ਸਰਕਾਰ ਕੁਝ ਕਹਿੰਦੀ ਆ ਅਸੀਂ ਕਹਿੰਦੇ ਵਿਚਾਰਾਂਗੇ, ਪਰ ਅਸੀਂ ਆਪਣੀਆਂ ਮੰਗਾਂ ਤੇ ਉਸੇ ਤਰ੍ਹਾਂ ਡਟ ਕੇ ਖੜੇ ਆ, ਔਰ ਲੜਾਈ ਜਿਹੜੀ ਆ ਜਾਰੀ ਰਹੂਗੀ। ਲੋਕਾਂ ਨੂੰ ਬੇਨਤੀ ਆ ਕਿ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ, ਤੋਂ ਪ੍ਰੇਰਨਾ ਲੈ ਕੇ 26 ਜਨਵਰੀ ਦੀ ਤਿਆਰੀ ਹੈ ਜਿਹੜੀ ਉਹ ਡਟ ਕੇ ਕਰਨ। NIA ਦਾ ਜ਼ਿਕਰ ਹੋਇਆ, ਤੁਸੀਂ ਕਿਹਾ ਕਿ ਕਿਉਂ ਪਰਚੇ ਭੇਜੇ ਜਾ ਰਹੇ ਆ, ਤਾਂ ਤੋਮਰ ਸਾਹਿਬ ਨੇ ਕਿਹਾ ਕਿ ਅਗਰ ਕੋਈ ਨਿਰਦੋਸ਼ ਹੈ ਤਾਂ ਉਸ ਕੱਲ ਦੀ ਤੁਹਾਡੀ ਜਿਹੜੀ ਮੀਟਿੰਗ ਹੋਈ ਹੈ ਡਿਸਕਸ ਕਰਾਂਗੇ ਕੀ ਕਰਨਾ। ਉਹ ਪਰਸੋਂ ਤੇ ਗਈ ਗੱਲ, ਪਰਸੋਂ ਦੀ ਕੇਂਦਰ ਸਰਕਾਰ ਨੇ ਅੱਜ ਕਿਹਾ 2 ਸਾਲ ਦੀ ਉਤਾਰ ਸਕਦੇ ਆ। ਕੀ ਲੱਗਦਾ ਕਿ ਕੇਂਦਰ ਸਰਕਾਰ ਨੇ ਇਹ ਕਿਉਂ ਅੱਗੇ ਤੁਹਾਡੇ ਸ਼ਰਤ ਰੱਖੀ? ਇਹ ਅਸੀਂ ਡਿਸਕਸ ਕਰਾਂਗੇ ਪਰਸੋਂ, ਤੁਹਾਨੂੰ ਇਹਦੇ ਬਾਰੇ ਇੱਥੇ ਮੀਟਿੰਗ ਤੋਂ ਬਾਅਦ ਦੱਸਾਂਗੇ। ਰਾਜਵਾਲ ਸਾਹਿਬ ਲੱਗਦਾ ਕਿ ਪਰਸੋਂ ਕੋਈ ਹੱਲ ਨਿਕਲ ਸਕਦਾ ਜੀ? ਨਿਕਲ ਵੀ ਸਕਦਾ ਕਿ ਨਹੀਂ ਵੀ ਨਿਕਲ ਸਕਦਾ। ਮੈਂ ਕੀ ਕਹਾਂ, ਪੋਜ਼ਿਟਿਵਿਟੀ ਲੱਗਿਆ ਸਿਰਫ ਬਿਨਾਂ ਹੱਲ ਤੋਂ ਪਹਿਲਾਂ ਨਾ ਪੁੱਛੋ। ਰਾਜਵਾਲ ਸਾਹਿਬ ਸਾਡੀ ਪ੍ਰੇਡ ਨੂੰ ਲੈ ਕੇ ਕੇਂਦਰ ਸਰਕਾਰ ਹੋਏਗੀ ਰੇਲ ਹੋਏਗੀ। ਨਹੀਂ, ਕੇਂਦਰ ਸਰਕਾਰ ਚਿੰਤਾ ਵੀ ਹੁੰਦੀ ਹੈ ਜੀ, ਸਰਕਾਰ ਨੂੰ ਚਿੰਤਾ ਹੈ ਕਿ ਸਾਨੂੰ ਪ੍ਰਬੰਧ ਕਰਨੇ ਆ। ਸਾਡੀ ਸਾਡੀ ਪ੍ਰੇਡ ਬਾਰੇ ਕੇਂਦਰ ਸਰਕਾਰ ਨੇ ਕੋਈ ਗੱਲਬਾਤ ਕੀਤੀ? ਨਹੀਂ, ਕੋਈ ਗੱਲ ਨਹੀਂ ਕੀਤੀ। ਅੱਛਾ, ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲ ਹੋਈ 26 ਨੂੰ ਲੈ ਕੇ ਅੱਜ? ਨਹੀਂ, ਉਹ ਅਸੀਂ ਉਹਨਾਂ ਨੂੰ ਕਹਿ ਆਏ ਹਾਂ ਵੀ ਸਾਡੀ ਪਰੇਡ ਹੋਏਗੀ। ਉਹ ਕੀ ਕਹਿੰਦੇ? ਮੀਟਿੰਗ ਹੋਏਗੀ ਉਹਨਾਂ ਨਾਲ ਕਿ ਨਹੀਂ ਹੋਣੀ? ਰੱਖੀ ਹੈ ਮੀਟਿੰਗ, ਪਰ ਮੈਂ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਬਿਜ਼ੀ ਕਰ ਨੂੰ ਬਹੁਤ। ਠੀਕ ਹੈ, ਕੁਲਵੰਤ ਜੀ ਹੁਣੇ ਆ ਗਏ ਨੇ। ਬਲਵੀਰ ਸਿੰਘ ਸਾਫ਼ ਤੌਰ ਤੇ ਤੁਸੀਂ ਰਾਜੇਵਾਲ ਨੂੰ ਕਾਨੂੰਨ ਹੋਲਡ ਕਰਨ ਨੂੰ ਤਿਆਰ ਹੋ? ਦੇਖੋ, ਮੈਂ ਬੇਨਤੀ ਕਰਾਂ ਕਿ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਦਬਾਅ ਬਣਿਆ ਹੋਇਆ ਹੈ ਇਸ ਨਾਂ ਦਾ ਅੰਦੋਲਨ ਦਾ, ਔਰ ਸਰਕਾਰ ਅੱਜ ਇਸ ਗੱਲ ਦੇ ਉੱਤੇ ਆਈ ਹੈ ਕਿ ਅਸੀਂ ਉਹਨੂੰ ਕਰਨਾ ਮਤਲਬ ਸਸਪੈਂਡ ਕਰਨ ਲਈ ਤਿਆਰ ਹਾਂ 2 ਸਾਲ ਲਈ। ਪਰ ਫਿਰ ਵੀ ਸਾਡਾ ਜਿਹੜਾ ਹੈ ਮਤਲਬ ਉਹ ਇਸੇ ਗੱਲ ਤੇ ਸਟੈਂਡ ਹੈ ਕਿ ਇਹਨੂੰ ਮਤਲਬ ਰਿਪੀਲ ਕਰੇ ਸਰਕਾਰ। ਪ੍ਰਪੋਜ਼ਲ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਦੇਣ ਲਈ ਅਸੀਂ ਕੱਲ ਨੂੰ ਮੀਟਿੰਗ ਸੱਦ ਲਈ ਹੈ। ਉਸ ਮੀਟਿੰਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਚਰਚਾ ਹੋਏਗੀ, ਔਰ ਸਰਕਾਰ ਨੂੰ ਅਸੀਂ ਫਿਰ ਇਹ ਕਹਿ ਕੇ ਆਏ ਹਾਂ ਕਿ ਸਰਕਾਰ ਇਹਨੂੰ ਮੁੜ ਦੁਬਾਰਾ ਸੋਚੇ। ਅਸੀਂ ਤਾਂ ਮਤਲਬ ਉਹਦੇ ਚੋਂ ਸਾਨੂੰ ਮਤਲਬ ਪਰਸੋਂ ਦੀ ਦੁਬਾਰਾ ਮੀਟਿੰਗ ਸਰਕਾਰ ਨਾਲ ਹੋਣੀ। NIA ਦਾ ਵੀ ਜ਼ਿਕਰ ਹੋਇਆ ਸੀ। ਹਾਂ, NIA ਦੇ ਵਿੱਚ ਜਿਹੜੇ ਪਰਚੇ ਪਏ ਨੇ ਉਹਨਾਂ ਦਾ ਵੀ ਜ਼ਿਕਰ ਹੋਇਆ ਸਰਕਾਰ ਨਾਲ। ਰਾਜੇਵਾਲ ਜੀ ਮੇਰੇ ਨਾਲ ਨੇ। ਰਾਜੇਵਾਲ ਜੀ, ਅਹਿਮ ਮੀਟਿੰਗ ਸਰਕਾਰ ਨਾਲ, ਅਹਿਮ ਮੀਟਿੰਗ ਕਿਸ ਤਰੀਕੇ ਦੇ ਨਾਲ, ਔਰ ਨਵਾਂ ਪ੍ਰਪੋਜ਼ਲ ਕਿਸ ਤਰੀਕੇ ਨਾਲ ਦੇਖਦੇ ਹੋ? ਲਾਈਵ ਹੋ ਤੁਸੀਂ ਨਿਊਜ਼ 18 ਤੇ, ਔਰ ਨਵੇਂ ਪ੍ਰਪੋਜ਼ਲ ਨੂੰ ਰਾਜੇਵਾਲ ਜੀ ਨਵੇਂ ਪ੍ਰਪੋਜ਼ਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਲਿਆ ਗੱਡੀ ਉਧਰੋਂ। ਨਵੇਂ ਪ੍ਰਪੋਜ਼ਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਕੱਲ ਨੂੰ ਵਿਚਾਰਾਂਗੇ, ਜਿਹੜੀ ਪ੍ਰਪੋਜ਼ਲ ਹੈ ਇਹਨੂੰ ਕੱਲ ਨੂੰ ਵਿਚਾਰਾਂਗੇ। ਅਸੀਂ ਉਹਨਾਂ ਨੂੰ ਕਹਿਤਾ ਵੀ ਅਸੀਂ ਇਹਦੇ ਤੇ ਹਾਲੇ ਸਹਿਮਤ ਨਹੀਂ। ਸਾਡੀ ਮੰਗ ਉਹੀ ਹੈ ਕਾਨੂੰਨ ਨੂੰ ਵਾਪਸ। ਸਰਕਾਰ ਦੀ ਅੱਜ ਬੋਡੀ ਲੈਂਗੁਏਜ ਕਿਹੋ ਜੀ ਸੀ? ਪੋਜ਼ਿਟਿਵ ਬੋਡੀ ਲੈਂਗੁਏਜ ਸੀ। ਮੀਟਿੰਗ ਉਹ ਤਾਂ ਕੱਲ ਨੂੰ ਫੇਰ ਕਹਿੰਦੇ ਸੀ, ਅਸੀਂ ਕੱਲ ਨੂੰ ਵਿਹਲੇ ਨਹੀਂ। ਅਸੀਂ ਕੱਲ ਨੂੰ ਅਸੀਂ ਆਪ ਥ੍ਰੈਸ਼ ਕਰਨਾ, ਪਰਸੋਂ ਦੀ ਮੀਟਿੰਗ। ਸਰਕਾਰ ਦੀ ਬੋਡੀ ਲੈਂਗੁਏਜ ਪੋਜ਼ਿਟਿਵ ਸੀਗੀ ਕਿਸ ਤਰੀਕੇ ਹੁੰਦਾ ਹੈ? ਸਰਕਾਰ ਘਬਰਾਹਟ 'ਚ ਹੈ। ਇਹ ਸਾਰਾ 26 ਤਰੀਕ ਦਾ ਦਵਾ ਕਹਿ ਸਕਦੇ ਆ। 26 ਤਰੀਕ ਨੂੰ ਟਰੈਕਟਰ ਮਾਰਚ ਦਾ ਦਵਾ ਹੈ ਜੀ ਸਾਰਾ। ਇਹ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ, ਮੇਰੇ ਕਿਉਂ ਕਹੋਗੇ? ਰਾਜੇਵਾਲ ਜੀ, ਅੱਜ NIA ਦਾ ਜ਼ਿਕਰ ਹੋਇਆ, ਤੁਸੀਂ ਕਿਹਾ ਕਿ ਨਜਾਇਜ਼ ਪਰਚੇ ਦਰਜ ਕੀਤੇ ਜਾਣ। ਉਹ ਕਹਿੰਦੇ ਨੇ ਵੀ ਅਸੀਂ ਉਹਦੇ ਨੋਟਿਸ ਵਾਪਸ ਲਵਾਂਗੇ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਪਰ ਅਸੀਂ ਕਿਹਾ ਸੀ ਉਹਦੇ ਅੱਗੇ ਪੇਸ਼ ਨਹੀਂ ਹੋਣਾ। ਤਾਂ ਬਲਜੀਤ ਸਿੰਘ ਰਾਜੇਵਾਲ ਸਰਕਾਰ ਨਾਲ ਮਿਲ ਕੇ ਆਏ ਨੇ, ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਵਿਚਾਰ ਕੀਤੇ ਜਾਣਗੇ, ਔਰ ਉਸ ਤੋਂ ਬਾਅਦ ਹੀ ਤੈਅ ਜਿਹੜਾ ਵਾ ਉਹ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ करना है। और हरमीत सिंह कादियां होरां को चलते हैं। हरमीत सिंह कादियां को कैसे देख रहे हो? और दूसरी बात कही जा रही है कि सुप्रीम कोर्ट में हम हल्फनामा भी देने को तैयार हैं, इस बात का? नहीं, वो सब बातें हो रही हैं, लेकिन शंका कमेटी पे है। जो कमेटियां सरकार की सरकारी कमेटियां बनती हैं, वो कोई ऐसा तो है नहीं कि 100% गारंटी होगी उसमें कोई पॉजिटिव ही कुछ आने वाला है। और पॉजिटिव आए ना आए, पॉजिटिव वाले ने ਜਿਹੜੇ ਬੰਦੇ ਬੇਕਸੂਰ ਆ ਉਹਨਾਂ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੋਊਗੀ। ਹਿਮਾਚਲ ਦੇ ਵਿੱਚ ਜਿਹੜੇ 3 ਅੱਜ ਕਿਸਾਨ ਫੜੇ ਗਏ ਨੇ ਉਹਨਾਂ ਉੱਤੇ ਅੰਦਰ ਚਰਚਾ ਕੀਤੀ ਉਹਨਾਂ ਦੇ ਵੀ ਚਰਚਾ ਹੋਈ ਹੈ, ਲੇਕਿਨ ਜਿਹੜੇ ਉਹ ਹਿਮਾਚਲ ਵਾਲੇ ਵੀਰ ਸੀਗੇ ਉਹਨਾਂ ਦੇ ਸੰਬੰਧ 'ਚ ਇਹ ਗੱਲ ਆਈ ਹੈ ਵੀ ਉਹਨਾਂ ਕਿਸਾਨਾਂ ਦੇ ਅਸੀਂ ਹੁਣੇ ਪੜਤਾਲ ਕਰਵਾ ਕੇ ਕੋਈ ਉਹਨਾਂ ਦੀ ਜਾਂਚ ਕਰਵਾ ਕੇ ਉਹਨਾਂ ਨੂੰ ਮਤਲਬ ਬਾਹਰ ਕਢਾਉਣ ਦੀ ਗੱਲ ਕੀਤੀ। MSP ਉੱਤੇ ਅੰਦਰ ਗੱਲਬਾਤ ਹੋਈ ਹੋਵੇਗੀ ਜੀ? ਦੇਖੋ, MSP ਦੇ ਉੱਤੇ ਮੈਂ ਕਹਿੰਦਾ ਇੱਕੋ ਹੀ ਗੱਲ, ਸਾਰੀ ਗੋਲ ਮੋਲ ਗੱਲ ਇੱਕੋ ਹੀ ਹੈ ਕਿ ਸਰਕਾਰ ਦੀ ਕੋਸ਼ਿਸ਼ ਇਹ ਸੀਗੀ ਕਿ ਇੱਕ ਕਮੇਟੀ ਬਣੇ, ਔਰ ਕਮੇਟੀ ਨਾਲ ਅਸੀਂ ਤਕਰੀਬਨ ਸਹਿਮਤ ਨਹੀਂ ਗਏ। ਕਮੇਟੀਆਂ ਦਾ ਇੱਕ ਤਰ੍ਹਾਂ ਦਾ ਮਤਲਬ ਕਾਨੂੰਨ ਗੱਲ ਨੂੰ ਉਲਝਾਉਣ ਦਾ ਜ਼ਰੀਆ ਹੁੰਦਾ ਹੈ। ਤਾਂ ਇਸੇ ਗੱਲ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿ ਇਹ ਜਿਹੜੀ ਕਮੇਟੀ ਬਣੇ, ਕਮੇਟੀ ਬਣਨ ਦੇ ਵਾਸਤੇ ਨਾਲ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਸਾਲ 1.5 ਸਾਲ ਲਈ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦਿੰਦੇ ਹਾਂ, ਔਰ ਸੁਪਰੀਮ ਕੋਰਟ ਦੇ ਵਿੱਚ ਅਸੀਂ ਦੇ ਦਿਆਂਗੇ ਐਫੀਡੇਵਿਟ ਦੇ ਕੇ ਸਸਪੈਂਡ ਕਰਾ ਦਿੰਦੇ ਹਾਂ। ਪਰ ਮੈਨੂੰ ਲੱਗਿਆ ਵੀ ਜਿਹੜਾ ਸਾਡਾ ਸੀਗਾ ਅੰਦਰ ਜਿੰਨੇ ਕੁ ਅਸੀਂ ਮਤਲਬ 40 ਕੁ ਜਥੇਬੰਦੀਆਂ ਸੀਗੀਆਂ, ਸਾਡਾ ਤਕਰੀਬਨ ਇੱਕ ਮਤ ਇਹੀ ਸੀਗਾ ਵੀ ਨਹੀਂ, ਇਹ ਰਿਪੀਲ ਹੋਣੇ ਚਾਹੀਦੇ ਆ।
ਪਰ ਫਿਰ ਵੀ ਜਿਹੜੀ ਪ੍ਰਪੋਜ਼ਲ ਆਈ ਹੈ ਇਹ ਪ੍ਰਪੋਜ਼ਲ ਹਜੇ ਕੱਲ ਨੂੰ ਸਾਡੇ ਬਾਕੀ ਸਾਥੀ, ਕਿਉਂਕਿ ਅਸੀਂ 400 ਜਥੇਬੰਦੀ ਲੜ ਰਹੇ ਹਾਂ ਤਾਂ ਉਹਨਾਂ ਦੇ ਵਿੱਚ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ। ਡੱਲੇਵਾਲ ਸਾਹਿਬ, ਇਹੀ ਸੁਪਰੀਮ ਕੋਰਟ ਕਹਿ ਰਹੀ ਸੀ ਕਿ ਅਸੀਂ ਰੋਕ ਲਗਾ ਦਿੰਦੇ ਹਾਂ, ਇਹੀ ਗੱਲ ਕੇਂਦਰ ਸਰਕਾਰ ਕਹਿ ਰਹੀ ਆ। ਦੇਖੋ, ਮੈਂ ਉਹੀ ਬੇਨਤੀ ਕਰਦਾ ਨਾ ਜੀ, ਸੁਪਰੀਮ ਕੋਰਟ ਦੇ ਵਿੱਚ ਵੀ ਉਹੀ ਗੱਲ ਸੀ ਕਿ ਇੱਥੇ ਵੀ ਉਹੀ ਗੱਲ ਸੀ, ਅਖੀਰ ਨੂੰ ਮਤਲਬ ਸਰਕਾਰ ਨੇ ਵੀ ਉਹੀ ਗੱਲ ਕਹਿਤੀ ਕਿ ਅਸੀਂ ਰੋਕ ਲਾਉਣ ਨੂੰ ਤਿਆਰ ਹਾਂ। ਬਦਲ ਲਈਏ ਫੈਸਲਾ ਕੱਲ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ, ਉਸ ਤੋਂ ਬਾਅਦ ਕਲੀਅਰ ਹੋਊਗਾ ਵੀ ਕੀ ਫੈਸਲਾ ਲੈਂਦੇ, ਜਾਂ ਲੈਣਾ ਜਾਂ ਨਹੀਂ ਲੈਣਾ। ਅੱਜ ਤੁਸੀਂ ਐਮਐਸਪੀ ਤੇ ਚਰਚਾ ਕਰਨਾ ਚਾਹ ਰਹੇ ਸੀ, ਲੇਕਿਨ ਸਰਕਾਰ ਤਿਆਰ ਨਹੀਂ ਸੀ। ਸਰਕਾਰ ਕਹਿ ਰਹੀ ਸੀ ਪਹਿਲਾਂ ਤਿੰਨੇ ਕਾਨੂੰਨਾਂ ਤੇ ਤੁਸੀਂ ਜਿਹੜਾ ਵਾ ਆਪਣਾ ਸਟੈਂਡ ਕਲੀਅਰ ਕਰੋ, ਉਸ ਤੋਂ ਬਾਅਦ ਚਰਚਾ ਕਰੋ। ਉਹ 3 ਕਾਨੂੰਨ ਨੂੰ ਮੇਜਰ ਰੱਖ ਰਹੀ ਸੀ ਤੇ ਐਮਐਸਪੀ ਨੂੰ ਪਿੱਛੇ, ਪਰ ਅਸੀਂ ਕਿਹਾ ਵੀ ਐਮਐਸਪੀ ਵੀ ਨਾਲ ਮੇਜਰ ਪੁਆਇੰਟ ਆ, ਉਹਦੇ ਤੇ ਕਾਨੂੰਨ ਬਣਾਉਣ ਵਾਸਤੇ ਅਸੀਂ ਨਾਲ ਮੰਗ ਰੱਖੀ ਆ। ਜਿਹੜੀ 4 ਸੂਤਰੀ ਪ੍ਰੋਗਰਾਮ ਸੀ ਉਹਦੇ ਚ 2 ਸੂਤਰੀ ਪ੍ਰੋਗਰਾਮ ਐਮਐਸਪੀ ਸੀ, ਇੱਕ 3 ਕਾਨੂੰਨਾਂ ਦਾ ਸੀ। ਅੱਜ ਦੀ ਮੀਟਿੰਗ ਤੋਂ ਜਥੇਬੰਦੀਆਂ ਸੰਤੁਸ਼ਟ ਜਾਂ ਨਹੀਂ? ਨਹੀਂ, ਦੋਸਤੀ ਰਿਪੀਲ ਹੋਣ ਦੀ ਸਾਨੂੰ ਆਸ ਸੀਗੀ ਵੀ ਅੱਜ ਰਿਪੀਲ ਹੋਣਾ ਚਾਹੀਦਾ। 10ਵੀਂ ਬ੍ਰਿਗੇਡ ਦੀ ਬੈਠਕ ਹੋ ਗਈ ਸੀਗੀ, ਪਰ ਹੁਣ ਉਸ ਤੋਂ ਬਾਅਦ ਇਹ ਲੱਗਦਾ ਵੀ ਸਰਕਾਰ ਕੁਝ ਹੋਈ ਆ। ਦੇਖਦੇ ਆ ਅਗਲੇ ਪ੍ਰਪੋਜ਼ਲ ਕੀ ਕਹਿੰਦੀ ਆ। ਸ਼ਾਇਦ 26 ਤਰੀਕ ਨੂੰ ਲੈ ਕੇ ਕੀ ਤਿਆਰੀ? 26 ਤਰੀਕ ਦੀ ਪੂਰੀ ਚੜ੍ਹਦੀ ਕਲਾ ਦੀ ਤਿਆਰੀ ਪੂਰੀ ਆ ਜੀ। ਤਾਂ ਹਰਮੀਤ ਸਿੰਘ ਕਾਦੀਆਂ ਹੋਰਾਂ ਨਾਲ ਗੱਲ ਕੀਤੀ, ਗੁਰਨਾਮ ਸਿੰਘ ਹੋਰਾਂ ਨਾਲ ਗੱਲ ਕਰ ਲੈਂਦੇ ਆ। गुरनाम जी, आज दी मीटिंग किस तरीके नाल देखते हो? कल उसकी मीटिंग हुई, कल मीटिंग में विचार किया जाएगा उस पर। हाँ। तो सरकार की तरफ से जो प्रपोजल दिया गया है 1.5 साल के स्टे का, उस पर क्या विचार है किसानों का? देखिए, कल विचार करेंगे ना उस पर। कल क्या है, कल अपनी मीटिंग इसलिए बुलाई है ना, क्योंकि सभी लोग ये न कहते कि हमारे से पूछना आपको चाहिए था, इसलिए कल की मीटिंग रखी। गुरनाम जी, आज एनआईए का जिक्र होया, एनआईए ने जो नोटिस भेजे उसका जिक्र होया, उस पर उन्होंने कहा कि आप उनके नाम दो, अगर कोई गलत है तो हम उस पर उसको निकालेंगे, उसका आप नाम हमें दे दीजिए। 26 तरीक ਨੂੰ ਲੈ ਕੇ ਹੁਣ ਕੀ ਤਿਆਰੀ है? 26 जैसी तैयारी थी वैसी तैयारी। सरकार का रवैया नरम नजर आया जी? नहीं, नरम मरम कुछ नहीं नजर आया। ऐसी प्रपोजल तो वो पहले भी दे रहे थे और आज भी उन्होंने दी है, लेकिन उस पर विचार करने की बात। तो की राय है जो नवा प्रपोजल 2 साल का? अगर मैंने राय अभी दी तो फिर कल की मीटिंग में क्या करेंगे? चड्डूनी साहब, फिर इसका लग रहा है कि सरकार खारिज नहीं किया तो यस भी हो सकती है, खारिज नहीं किया तो फिर वही बात है। फिर आपके ये सवाल वही हो गया ना। हाँ। कि अगर मैं पहले ही आपको बता दूंगा तो कल की मीटिंग में विचार करूंगा। मैं अपनी तरफ से क्या बताऊं, जैसे सबकी राय होगी वैसे। आपकी निजी राय क्या है? क्या आपको लग रहा है कि इस पर? मैं निजी राय आपको पहले कैसे दे दूं? निजी राय मीटिंग में रखूंगा भाई साहब। ਇੱਕ ਲੈਟਰ ਪੈਡ ਜਿਹੜਾ ਆਇਆ ਸੀਗਾ ਬੀਜੇਪੀ ਦਾ, ਉਹਦੇ ਬਾਰੇ ਗੱਲਬਾਤ ਹੋਈ ਹੈ ਜਿਹਦੇ ਤੇ ਲਿਖਿਆ ਗਿਆ ਸੀ ਕਿ 26 ਨੂੰ ਜਿਹੜੇ सोशल मीडिया पे वायरल? नहीं, मेरे ख्याल से तो उन्होंने पहले उसका खंडन कर दिया था कि ये हमारा नहीं है, शायद पहले ही खंडन। कह रहे सी कि इदां किवें चोरी हो सकता है जेड़ा लेटर पैड? हाँ, नहीं, उनके आगे रखी थी वो बात, लेकिन उन्होंने वो उस पे वही बात शिमले दे विच जिहड़े 3 किसान प्रचार करते फड़े गए ने, हाँ, उस पे उसके लिए बात हुई थी और सरकार का की करना उस पे ध्यान नहीं मैंने दिया क्या कहा उसके पर, लेकिन बात चली थी। मैं उस वक्त बाहर था, बाथरूम में था। मान सिंह हो रही न्यूज़ 18 ਤੇ ਜੁੜੇ, ਉਹਨਾਂ ਨੇ ਜ਼ਿਕਰ ਦੱਸਿਆ, ਮੀਟਿੰਗ ਦੇ ਅੰਦਰ ਦੀਆਂ ਗੱਲਾਂ ਦੱਸੀਆਂ। ਔਰ ਹੁਣ ਕੱਲ ਕਿਸਾਨ ਜਥੇਬੰਦੀਆਂ 11 ਵਜੇ ਮੀਟਿੰਗ ਕਰਨਗੀਆਂ। ਪੰਜਾਬ ਦੀ ਜਥੇਬੰਦੀਆਂ 32 ਜਥੇਬੰਦੀਆਂ ਮੀਟਿੰਗ ਕਰਨਗੀਆਂ। ਉਸ ਤੋਂ ਬਾਅਦ 8 ਜਥੇਬੰਦੀਆਂ ਜਿਹੜੀਆਂ ਬਾਕੀ ਨੇ ਉਹਨਾਂ ਦੇ ਨਾਲ ਦੁਪਹਿਰ 3 ਵਜੇ ਦੇ ਕਰੀਬ ਮੀਟਿੰਗ ਹੋਏਗੀ ਔਰ ਪਰਸੋਂ ਦੀ ਮੀਟਿੰਗ ਦੇ ਵਿੱਚ ਜਾਇਆ ਜਾਏਗਾ। ਪਰਸੋਂ ਦੀ ਮੀਟਿੰਗ ਦੇ ਵਿੱਚ ਹਾਂ ਕਰਨੀ ਹੈ ਨਾ ਕਰਨੀ ਹੈ ਸਰਕਾਰ ਦੇ ਪ੍ਰਪੋਜ਼ਲ ਨੂੰ ਲੈ ਕੇ ਉਸ ਤੇ ਫੈਸਲਾ ਲਿੱਤਾ ਜਾਏਗਾ। ਬਿਲਕੁਲ ਨਹੀਂ, ਹਾਂ ਤੇ ਨਾ ਦੀ ਗੱਲ ਕਰੋ। ਇਹ ਸਰਕਾਰ ਆਈ ਆ ਵੀ ਅਸੀਂ 1.5 ਸਾਲ ਲਈ ਮਤਲਬ ਅਲਫੀਆ ਬਿਆਨ ਦੇ ਦੇਣੇ, ਅਸੀਂ ਕੋਈ ਹਾਂ ਨਹੀਂ ਕਰਦੇ। ਇਧਰ ਆ ਸੁਖਜਿੰਦਰ ਬਾਪੂ ਸਰਕਾਰ ਬਾਰ-ਬਾਰ ਉਹੀ ਤਰਮੀਮਾਂ ਕਰਨ ਤੇ ਅਮੈਂਡਮੈਂਟ ਸੋਧਾਂ ਕਰਨ ਤੇ ਜਾਰੀ ਹੈਗੀ ਹੈ। ਅੱਜ ਸਰਕਾਰ ਕੁਝ ਪਿੱਛੇ ਹਟੀ ਹੈ। ਉਹਨੇ ਸਰਕਾਰ ਨੇ ਕਿਹਾ ਕਿ ਅਸੀਂ ਸਾਲ 1.5 ਸਾਲ ਦੇ ਲਈ ਇਹਨੂੰ ਜਿਹੜਾ ਕਾਨੂੰਨਾਂ ਨੂੰ ਸਸਪੈਂਡ ਕਰ ਦੇਣਾ। ਸੁਪਰੀਮ ਕੋਰਟ ਦੇ ਵਿੱਚ ਬਿਆਨ ਹਲਫੀਆ ਦੇ ਦਿਆਂਗੇ ਵੀ ਇਹ ਮਤਲਬ ਜਿੰਨਾ ਚਿਰ ਇੱਥੇ ਕਮੇਟੀ ਬਣਾ ਦਾਂਗੇ, ਜੇ ਉਹ ਕਮੇਟੀ ਜੋ ਰਿਪੋਰਟ ਦੇਊਗੀ, ਜੇ ਉਹਨਾਂ ਨੇ ਰੱਦ ਕਰਨ ਦੀ ਰਿਪੋਰਟ ਦੀ ਤਾਂ ਰੱਦ ਕਰ ਦਾਂਗੇ ਤੇ ਬਾਕੀ ਜਿਹੜੇ ਮਸਲੇ MSP ਆ ਖਰੀਦ ਹੈ ਉਹਦੇ ਉੱਤੇ ਵੀ ਉਹ ਕਮੇਟੀ ਆ ਜਿਹੜੀ ਗੱਲਬਾਤ ਜੋ ਰਿਪੋਰਟ ਦੇਊਗੀ ਉਹ ਲਾਗੂ ਕਰਾਂਗੇ। ਭੋਗ ਸਿੰਘ ਮਾਨਸਾ। ਕਿਸਾਨਾਂ ਦਾ ਸਟੈਂਡ ਸਖਤ ਰਿਹਾ ਤਾਂ ਸਰਕਾਰ ਨੇ ਕਿਹਾ ਕਿ ਅੱਜ ਅਸੀਂ ਗੁਰਪੁਰਬ ਦੇ ਨਾਤੇ ਦੇ ਉੱਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ 1.5 ਸਾਲ ਲਈ ਇਹਨਾਂ ਨੂੰ ਰੱਦ ਕਰ ਆਪਣਾ ਜਿਹੜਾ ਸਸਪੈਂਡ ਕਰ ਦੋਗੀ, ਸਸਪੈਂਡ ਕਰ ਦਿੱਤੀ ਜਾਣੀ ਇਹਨਾਂ ਨੂੰ ਤੇ ਸੁਪਰੀਮ ਕੋਰਟ ਦੇ ਵਿੱਚ ਬਿਆਨ ਹਲਫੀਆ ਦੇ ਦੂਗੀ ਤੇ ਕਮੇਟੀ ਬਣਾ ਦਿਆਂਗੇ ਤੇ ਉਹ ਕਮੇਟੀ ਨੇ ਜੇ ਮਨਜ਼ੂਰ ਆਪਣਾ ਪਾਸ ਕਰਤਾ ਵੀ ਇਹਨੂੰ ਰਿਪੀਲ ਕੀਤਾ ਜਾਣ ਤਾਂ ਰਿਪੀਲ ਕਰ ਦਾਂਗੇ। MSP ਤੇ ਵੀ ਗੱਲ ਹੋਊਗੀ ਤੇ ਜਿਹੜੇ ਪਰਚੇਜ ਸਰਕਾਰੀ ਪਰਚੇਜ ਤੇ ਵੀ ਇੱਕ ਸਰਕਾਰ ਮੰਨ ਰਹੀ ਹੈ ਗੱਲ। ਮੰਨ ਲਓ ਅਗਰ ਕਮੇਟੀ ਇਹ ਫੈਸਲਾ ਲੈਂਦੇ ਕਿ ਬਿੱਲਾਂ ਨੂੰ ਰੱਦ ਕਰ ਦਿੱਤਾ ਜਾਵੇ ਤਾਂ 2 ਸਾਲ ਬਾਅਦ ਬਿੱਲਾਂ ਨੂੰ ਰੱਦ ਵੀ ਕੀਤਾ ਜਾ ਸਕਦਾ। ਜੇਕਰ ਸੋਧ ਦੀ ਗੱਲ ਹੁੰਦੀ ਹੈ ਤਾਂ ਸੋਧ ਕੀਤੀ ਜਾਏਗੀ।
ਬਿਲਕੁਲ ਜਿਹੜੇ ਕਮੇਟੀ ਜੋ ਸਿਫਾਰਿਸ਼ ਕਰੀ ਉਹ ਸਰਕਾਰ ਮੰਨਣ ਵਾਲੀ ਕਹਿੰਦੀ ਪਾਬੰਦ ਹੋਵੇਗੀ। ਅਸੀਂ ਬਿੱਲ ਵਿੱਚ ਬਾਕਾਇਦਾ ਐਫ ਬਿਆਨ ਹਨ ਫੇਰ ਸੁਪਰੀਮ ਕੋਰਟ 'ਚ ਲਿਖ ਕੇ ਦੇ ਬਕਾਇਦਾ ਤੌਰ ਤੇ ਉਸ ਦੇ ਵਿੱਚ ਇਸ ਚੀਜ਼ ਦਾ ਵੀ ਹਲਫੀਆ ਬਿਆਨ ਦਿੱਤਾ ਜਾਏਗਾ ਕਿ ਜੇਕਰ ਰੱਦ ਦੀ ਸਿਫਾਰਿਸ਼ ਆਉਂਦੀ ਹੈ ਤਾਂ ਰੱਦ ਕੀਤੇ ਜਾਣਗੇ। ਬਿਲਕੁਲ 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 ਉਹਨਾਂ ਸਰਕਾਰ ਨੇ ਕਿਹਾ ਵੀ ਹਾਂ ਜੇ ਰੱਦ ਦੀ ਸਿਫਾਰਿਸ਼ ਹੁੰਦੀ ਰੱਦ ਕੀਤੇ ਜਾਣਗੇ, ਪਰ ਅਜੇ ਅਸੀਂ ਮੀਟਿੰਗ ਕਰਨੀ ਹੈ। ਮੀਟਿੰਗ ਤੋਂ ਬਾਅਦ ਫਿਰ ਪਰਸੋਂ ਨੂੰ ਸਰਕਾਰ ਨਾਲ ਮੀਟਿੰਗ ਕੀ ਹੋਣੀ। ਲੱਗ ਰਿਹਾ ਕਿ ਸਰਕਾਰ ਜਿਹੜੀ ਪਹਿਲਾਂ ਕਹਿ ਰਹੀ ਕੇਂਦਰ ਸਰਕਾਰ ਨੇ ਤੁਹਾਨੂੰ ਟਾਈਮ ਦਿੱਤਾ ਪਰਸੋਂ ਦਾ ਸਰਕਾਰ ਨੇ ਕੱਲ ਨੂੰ ਬੁਲਾ ਰਹੀ ਸੀ। ਸੋ ਰਾਜੇਵਾਲ ਜੀ ਅਹਿਮ ਮੀਟਿੰਗ ਸਰਕਾਰ ਨਾਲ ਅਹਿਮ ਮੀਟਿੰਗ ਕਿਸ ਤਰੀਕੇ ਦੇ ਨਾਲ ਔਰ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਤਾਂ ਮਤਲਬ ਜਿਹੜਾ ਹੈਗਾ ਸਰਕਾਰ ਨੂੰ 26 ਜਨਵਰੀ ਜਿਹੜੇ ਸਰਕਾਰ ਦੇ ਗਲੇ ਦੀ ਹੱਡੀ ਬਣੀ ਹੋਈ ਹੈ, ਜਿਹੜਾ ਕਿਸਾਨ ਅਸੀਂ ਉਸ ਪਰੇਡ ਕਰਨ ਤੇ ਜਿਹੜਾ ਅੰਦੋਲਨ ਦੇ ਵਿੱਚ ਇਹ ਕੰਮ ਕਰ ਰਹੇ ਆ ਤਾਂ ਕਿਉਂ ਇਸ ਤਰੀਕੇ ਨਾਲ ਉਹਨਾਂ ਨੇ ਜਦੋਂ ਮੰਨ ਲਿਆ ਇਸ ਗੱਲ ਨੂੰ ਵੀ ਠੀਕ ਹੈ ਇੱਕ ਦੋ ਟੁਕ ਉਹਨਾਂ ਨੇ ਗੱਲ ਕਰਤੀ ਵੀ ਇੱਥੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਜਿਹੜੇ ਨਿਰਦੋਸ਼ ਨੇ ਮੈਂ ਗਾਰੰਟੀ ਲੈਣਾ ਕੋਈ ਕਾਰਵਾਈ ਨਹੀਂ ਹੋਏਗੀ ਔਰ ਉਹਨਾਂ ਨੇ ਕਿਹਾ ਲਿਸਟ ਲਿਆ ਕੇ ਦਿਓ ਕਿੰਨਾ ਕਿੰਨਾ ਤੇ ਹੋਇਆ। ਹਾਂ ਉਹ ਲਿਸਟ ਨੂੰ ਦੇ ਦਾਂਗੇ ਲਿਆ ਕੇ ਇਹਨਾਂ ਤੇ ਹੋਇਆ। ਅੱਜ ਜਿਹੜੇ ਸਾਡੇ ਸੰਘਰਸ਼ ਨਾਲ ਜੁੜੇ ਹੋਏ ਨੇ ਉਹ ਦੇ ਦਾਂਗੇ ਲਿਸਟ। ਔਰ ਜੋ ਨਵਾਂ ਪ੍ਰਪੋਜ਼ਲ ਹੈ ਕਿਸ ਤਰੀਕੇ ਨਾਲ ਨਵੇਂ ਪ੍ਰਪੋਜ਼ਲ ਨੂੰ ਦੇਖ ਰਹੇ ਹੋ? ਦੇਖੋ ਇੱਕ ਤਾਂ ਅਸੀਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਜਿਹੜੇ ਜੰਮੂ ਕਸ਼ਮੀਰ ਸਾਡੇ ਬੰਦੇ ਫੜੇ ਉਹਨਾਂ ਤੇ ਵੀ ਇੱਕ ਬੀਜੇਪੀ ਵੱਲੋਂ ਰਜੇਸ਼ ਭਾਟੀਆ ਵੱਲੋਂ ਜਿਹੜੀ ਚਿੱਠੀ ਲਿਖੀ ਗਈ ਉਹਨਾਂ ਨੇ ਖੰਡਨ ਕਰਤਾ। ਉਹਨਾਂ ਨੇ ਕਿਹਾ FIR ਦਰਜ ਕਰਵਾਈ ਹੋਈ ਹੈ। ਉਹ FIR ਤੇ ਸਿਰਫ ਐਵੇਂ ਇੱਕ ਅਥਰੂ ਭਜਾਉਣ ਵਾਲੀ ਗੱਲ ਹੁੰਦੀ ਆ। ਲਿਖੀ ਹੈ ਸੀ ਪਰ ਚਲੋ ਮੁੱਕਰ ਤਾਂ ਗਏ ਨੇ ਨਾ, ਪਰ ਜਿਹੜਾ ਕੰਮ ਉਹ ਕਰਨਾ ਚਾਹੁੰਦੇ ਸੀ ਲੋਕਾਂ ਨੂੰ ਭੜਕਾਉਣ ਵਾਸਤੇ ਉਹ 'ਚ ਤਾਂ ਉਹ ਗਿਆ। ਸ਼ਿਮਲੇ ਦਾ ਜ਼ਿਕਰ ਕੀਤਾ ਤੁਸੀਂ, ਸ਼ਿਮਲੇ ਜਿਹੜੇ ਕਿਸਾਨ ਸਾਰਾ ਹਾਂਜੀ ਬਿਲਕੁਲ ਕੀਤਾ। ਔਰ ਜਿਹੜੀ ਪ੍ਰਪੋਜ਼ਲ ਆਈ ਹੈ ਉਹ ਤੇ ਅਸੀਂ ਤਾਂ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਰੱਦ ਕਰਾਉਣਾ ਇਸ ਤੋਂ ਘੱਟ ਨਹੀਂ, ਪਰ ਫਿਰ ਵੀ ਅਸੀਂ ਕੱਲ ਦੀ ਜਿਹੜੀ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਆ ਉਹ 'ਚ ਵਿਚਾਰ ਉਹਨਾਂ ਨੇ ਕਿਹਾ ਕਿ 2 ਸਾਲ ਤੱਕ ਕਾਨੂੰਨ ਜਿਹੜੇ ਰੋਕ ਲਗਾ ਦਿੰਨੇ ਉਹਨਾਂ ਦੇ ਉੱਤੇ। ਅੱਜ ਇਹੀ ਗੱਲ ਹੈ ਤੇ ਨਾਲ ਕਮੇਟੀ ਬਣਾਉਣ ਵਾਸਤੇ ਵੀ ਹੈ ਵੀ ਜੇ ਕਮੇਟੀ ਚਾਹੇਗੀ ਤੇ ਇਹ ਰਿਪੀਲ ਵੀ ਹੋ ਸਕਦਾ। ਬਲਦੇਵ ਸਿੰਘ ਸਿਰਸਾ ਉਹਨਾਂ ਨੇ ਕਿਹਾ ਕਿ ਜ਼ਿਕਰ ਹੋਇਆ, ਜ਼ਿਕਰ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਹਨਾਂ ਨੂੰ ਨੋਟਿਸ ਆਇਆ ਸੀ। ਸਮਾਪਤ ਹੋ ਸਕਦੇ ਨੇ। ਨਹੀਂ ਅਸੀਂ ਦੇਖੋ ਗੱਲ ਅੱਜ ਹੈਗੀ 20 ਤਰੀਕ 21 ਤਰੀਕ ਦੀ ਸਾਡੀ ਮੀਟਿੰਗ ਹੈ। 22 ਤਰੀਕ ਦਾ ਸਰਕਾਰ ਨਾਲ ਮੀਟਿੰਗ ਹੋਊਗੀ। ਉਸ ਤੋਂ ਬਾਅਦ ਕੋਈ ਲਿਖਤਾਂ ਪੜ੍ਹਤਾਂ ਹੁੰਦੀਆਂ ਨੇ ਤਾਂ ਹੋ ਸਕਦਾ ਵੀ ਜੇ ਸਰਕਾਰ ਮੰਨ ਵੀ ਗਈ ਤਾਂ 26 ਜਨਵਰੀ ਦੀ ਜਿਹੜੀ ਪਰੇਡ ਹੈ ਉਸ ਜੇਤੂ ਰੂਪ ਦੇ ਵਿੱਚ ਪਰੇਡ ਕਰਦੀ ਹੈ। ਸੋ 26 ਜਨਵਰੀ ਦੀ ਪਰੇਡ ਇੱਕ ਜੇਤੂ ਤੌਰ ਤੇ ਪਰੇਡ ਦੇ ਤੌਰ ਤੇ ਵੀ ਕੱਢੀ ਜਾ ਸਕਦੀ ਹੈ ਔਰ ਕਿਹਾ ਜਾ ਸਕਦਾ ਹੈ, ਪਰ ਲੱਗ ਰਿਹਾ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਪੋਜ਼ਿਟਿਵ ਤਾਂ ਜ਼ਰੂਰ ਹੋਈ। बेटा साइड में हो जा, साइड में हो जा। चालू करें। आप लोग ठंड में इतना तकलीफ कर रहे हो इसलिए मैं आपको मुस्कुराने के लिए कोशिश कर रहा था। आज किसान संगठनों के साथ भारत सरकार की 10वें दौर की चर्चा पूर्ण हुई। इस चर्चा में भारत सरकार के मंत्री माननीय श्री पीयूष गोयल जी, माननीय श्री सोम प्रकाश जी, अफसर और किसान यूनियन के नेतागण उपस्थित थे। आज का दिन काफी महत्वपूर्ण है और आंदोलन की दृष्टि से भी उसका महत्व था, क्योंकि आज परम पूज्य गुरु गोविंद सिंह जी का प्रकाश पर्व है और हमारी कोशिश थी कि गुरु गोविंद सिंह जी का स्मरण करके बैठक प्रारंभ हो और आज ही बैठक में कोई न कोई निर्णय हो जाए। किसान यूनियन परंपरागत रूप से अपनी रिपील की मांग पर थी और सरकार खुले मन से बड़े हृदय से कानून के प्रावधान के अनुसार विचार करने और संशोधन करने के लिए तैयार थी। चर्चा सौहार्दपूर्ण वातावरण में संपन्न हुई। सब तरफ से विचार आए और चर्चा नरम और गरम होती रही। कई दौर चर्चा के हुए।
जैसा मैंने पूर्व में बताया कि आज का दिन गुरु गोविंद सिंह जी को समर्पित है। इस पावन प्रकाश पर्व पर कोई हल निकल आए, यह सरकार की बहुत तीव्र इच्छा थी और इसलिए हम लोगों ने सरकार की ओर से यूनियन को यह प्रस्ताव दिया कि आपके मन में जो शंकाएं हैं वो समाधिस्थ हो सके और सरकार खुले मन से इन विषयों पर विचार करने के लिए तैयार है। यह विश्वास आपके मन में जाग पाए। अभी आप सबके ध्यान में है कि सुप्रीम कोर्ट ने कुछ अल्प समय के लिए कृषि सुधार कानूनों को स्थगित किया है। क्रियान्वयन कुछ दिनों तक नहीं हो सकेगा, लेकिन पूर्व में भी और आज भी हमने विस्तार पूर्वक उन्हें कहा कि कानूनों पर विचार करना है और आंदोलन से जुड़े विभिन्न पहलुओं पर विचार करना है, तो निश्चित रूप से समय तो चाहिए और समय चाहिए तो वो समय 6 महीने का भी हो सकता है, 1 साल का भी हो सकता है, 1.5 साल का भी हो सकता है। और सरकार 1-1.5 साल तक भी कानून के क्रियान्वयन को स्थगित करने के लिए सहमत है। इस दौरान किसान और सरकार के प्रतिनिधि मिलकर समस्याओं का हल खोजें और जो समाधान हो उस समाधान को आगे बढ़ाया जाए। मुझे प्रसन्नता भी है और गुरु गोविंद सिंह जी के जन्मदिन का यह प्रभाव भी है कि किसान यूनियन ने इसको बहुत गंभीरता से लिया और उन्होंने कहा कि यह प्रस्ताव हम कल अपने यहाँ विचार विमर्श करेंगे और परसों दोपहर में 12 बजे हम लोग दोबारा बैठक में आएंगे और आपको निर्णय से अवगत कराएंगे। मुझे लगता है कि बातचीत सार्थकता की ओर बढ़ रही है और संभावना व्यक्त की जा सकती है कि 22 तारीख को समाधान की ओर हम लोग बढ़ सकें। कमेटी बनाने की भी तो बात है। कमेटी आप लोग कानून को रोक के कमेटी भी तो बनाने की बात है। मैंने आपको कहा ना कि कानून के क्रियान्वयन को स्थगित कर किसान और सरकार के प्रतिनिधि मिलकर विचार विमर्श करके समाधान की ओर बढ़ें। इस कमेटी में सदस्य कितने होंगे, इसका भी कुछ तय होगा या किसान आपस में तय करके बताएंगे कितने? दरअसल आज तो बातचीत हुई है, जब सिद्धांत इस विषय पर सहमति हो जाएगी तो फिर जो अन्य बिंदु है उन पर विचार विमर्श करेंगे हम लोग। कुछ किसान बात कह रहे थे कि केवल ये एमएसपी के लिए कमेटी, ऐसा नहीं है। तीनों मैंने शब्द यूज किया आंदोलन से जुड़े पहलुओं पर। ट्रैक्टर यात्रा पे भी कोई बातचीत हुई क्या? ट्रैक्टर यात्रा जो निकालेंगे किसान, उसको रोकने के लिए आपने कोई? स्वाभाविक रूप से जब हमने 1-1.5 वर्ष तक कानून के क्रियान्वयन को स्थगित करने की बात कही और कानून के क्रियान्वयन को स्थगित अवधि के दौरान किसान और सरकार के प्रतिनिधि मिलकर समाधान खोजेंगे, तो यह इसीलिए कहा कि किसान ठंड में बैठे हुए हैं, तकलीफ पा रहे हैं, तो आंदोलन स्थगित हो, किसान अपने घर पर जाएं, किसानों के प्रतिनिधि और सरकार चर्चा करके समाधान निकाले। कमेटी का समानांतर काम करेगी या अलग होगी? ये कमेटी, क्योंकि सुप्रीम कोर्ट की कमेटी ऑलरेडी से बात कर रही है, तो वो भी चलती रहेगी, साथ साथ ये किसान और सरकार की कमेटी भी काम करेगी। सुप्रीम कोर्ट के प्रति भारत सरकार की प्रतिबद्धता है और रहेगी।
सुप्रीम कोर्ट ने जो कमेटी बनाई है वो कमेटी अपना काम कर रही है। किसान के प्रति, किसान आंदोलन से उत्पन्न परिस्थितियों के प्रति सरकार की भी सीधी जवाबदारी है और इसलिए हम अपनी जवाबदारी को निर्वहन करते हुए इस चर्चा को आगे बढ़ा रहे हैं। सर, आज के इस डिसीजन से ये किसकी जीत हुई? आज जो हम लोग डिस्कशन हुआ, ये सरकार की जीत है, किसानों की जीत है, या आंदोलन जिस दिन समाप्त हो जाएगा और किसान अपने अपने घर के लिए प्रस्थान कर जाएंगे, उस दिन भारत के लोकतंत्र की जीत होगी, व्यक्तियों की जीत का महत्व नहीं है। आपको लग रहा है कि बात कुछ आगे बढ़ी? आने वाले दिनों में लग रहा है कि अब हल निकल सकता है, जैसे उन्होंने आखिरी मीटिंग आखिरी हो सकती है, कुछ ऐसा लग रहा है आपको? जतिन भाई अकेले में भी कुछ बात कर सकते हैं। फाइनल होगा, अगला मीटिंग जो होगा फाइनल होगा, वो सॉल्यूशन निकलेगा। मुझे तो आशा है कि 22 तारीख की मीटिंग में समाधान निकलना चाहिए। सर, एक आक्रामक रूप भी देखने को मिला सरकार की तरफ से, कहीं ना कहीं आपने मना कर दिया कि रिपीलिंग ऑफ द लॉज जो है वो तो बिल्कुल नहीं होगा, आगे जो भी बात हो क्लॉज बाय क्लॉज होगी। तो कहीं ना कहीं एक कड़ा रुख लेते हुए सरकार भी कि हम जो भी है यहीं से आगे बढ़ना है और एक मिडिल ग्राउंड की ओर दोनों को पहुंचना पड़ेगा। देखिए, दरअसल बैठक के अंदर कई प्रकार की चर्चाएं चलती हैं, लेकिन बैठक की जो दिशा होती है और जो उसका जेस्ट होता है वही आप जैसे बुद्धिजीवियों के लिए उपयोगी होता है। थैंक यू। ਅੰਦਰ ਤੋਮਰ ਨੇ ਕਹੀਆਂ ਨੇ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਲੰਮੇ ਸਮੇਂ ਦੇ ਲਈ 1.5 ਸਾਲ 1 ਸਾਲ 1.5 ਸਾਲ ਉਸ ਤੋਂ ਜ਼ਿਆਦਾ ਵੀ ਸਸਪੈਂਡ ਕਰ ਸਕਦੀ ਹੈ ਔਰ ਇਸੇ ਵਿੱਚ ਇੱਕ ਕਮੇਟੀ ਬਣਾ ਦਿੱਤੀ ਜਾਏਗੀ ਜਿਸ 'ਚ ਸਰਕਾਰ ਦੇ ਨੁਮਾਇੰਦੇ ਔਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ। ਫਿਰ ਉਹ ਕਮੇਟੀ ਅੱਗੇ ਜੋ ਪ੍ਰਪੋਜ਼ਲਸ ਉਹਨਾਂ ਦੇ ਹੋਣਗੇ, ਕਿਸ ਤਰੀਕੇ ਨਾਲ ਉਹਨਾਂ ਨੇ ਅੱਗੇ ਦੇ ਜਿਹੜੇ ਫੈਸਲੇ ਨੇ ਉਹ ਚਾਹੁੰਦੇ ਨੇ ਜਾਂ ਉਸ ਦੇ ਵਿੱਚ ਕੀ ਤਰਮੀਮਾਂ ਨੇ, ਉਸ ਤੇ ਬੈਠ ਕੇ ਉਹਨਾਂ ਤਰਮੀਮਾਂ ਤੇ ਅੱਗੇ ਕਮੇਟੀ ਫੈਸਲਾ ਲਏਗੀ ਔਰ ਜੋ ਕਮੇਟੀ ਦਾ ਫੈਸਲਾ ਹੋਏਗਾ, ਇਹ ਵੀ ਕਿਹਾ ਗਿਆ ਹੈ, ਕਿਸਾਨ ਆਗੂਆਂ ਨੇ ਵੀ ਕਿਹਾ ਹੈ ਕਿ ਜੇ ਕਮੇਟੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਆਪਣੀ ਲਿਖਤੀ ਰੂਪ 'ਚ ਦੇਗੀ ਸਾਂਝੇ ਤੌਰ ਤੇ, ਤਾਂ ਫਿਰ ਇਹ ਕਾਨੂੰਨ ਰੱਦ ਵੀ ਹੋ ਜਾਣਗੇ। ਪਰ ਫਿਲਹਾਲ ਇਹਨਾਂ ਕਾਨੂੰਨਾਂ ਨੂੰ 1.5 ਸਾਲ ਲਈ ਜਾਂ 2 ਸਾਲ ਲਈ ਸਸਪੈਂਡ ਕਰਨ ਦੀ ਆਫਰ ਸਰਕਾਰ ਵੱਲੋਂ ਦਿੱਤੀ ਗਈ ਹੈ ਕਿਸਾਨਾਂ ਨੂੰ ਔਰ ਕਿਸਾਨਾਂ ਨੇ ਉਸ ਤੇ ਕਿਹਾ ਹੈ ਕਿ ਅਸੀਂ ਕੱਲ ਨੂੰ ਵਿਚਾਰ ਚਰਚਾ ਕਰਾਂਗੇ। ਪਹਿਲਾਂ ਕੱਲ ਨੂੰ ਹੀ ਦੁਬਾਰਾ ਮੀਟਿੰਗ ਰੱਖੀ ਜਾ ਰਹੀ ਸੀ, ਪਰ ਫਿਰ ਕਿਸਾਨਾਂ ਨੇ ਕਿਹਾ ਕਿ ਕੱਲ ਅਸੀਂ ਪਹਿਲਾਂ ਆਪਣੀ ਮੀਟਿੰਗ ਕਰਾਂਗੇ, ਆਪਸ ਦੇ ਵਿੱਚ ਇਸ ਤੇ ਵਿਚਾਰ ਚਰਚਾ ਕਰਾਂਗੇ, ਪਬਲਿਕ ਦਾ ਵੀ ਰੁਖ ਦੇਖਾਂਗੇ, ਉਹਨਾਂ ਦਾ ਵੀ ਪੁਆਇੰਟ ਆਫ ਵਿਊ ਦੇਖਾਂਗੇ। ਉਸ ਤੋਂ ਬਾਅਦ ਫਿਰ ਪਰਸੋਂ 12 ਵਜੇ ਫਿਰ ਮੀਟਿੰਗ ਰੱਖੀ ਗਈ ਹੈ ਵਿਗਿਆਨ ਭਵਨ ਦੇ ਵਿੱਚ ਔਰ ਕੇਂਦਰੀ ਖੇਤੀਬਾੜੀ ਮੰਤਰੀ ਨੇ ਜਿਵੇਂ ਅੱਜ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਸੀ ਔਰ ਇਸ ਕਰਕੇ ਉਹਨਾਂ ਦੀ ਇਹ ਕੋਸ਼ਿਸ਼ ਸੀ ਜਾਂ ਉਹਨਾਂ ਆਸ ਜਤਾਈ ਕਿ ਅੱਜ ਇਸ ਚੀਜ਼ ਦਾ ਮਸਲਾ ਹੱਲ ਹੋ ਜਾਏਗਾ, ਇਹ ਮਸਲਾ ਕੁਛ ਨਾ ਕੁਛ ਇਸ ਤੇ ਕੰਕਰੀਟ ਜਿਹੜਾ ਹੈ ਉਹ ਫੈਸਲਾ ਲਿਆ ਜਾ ਸਕੇਗਾ। ਪਰ ਹੁਣ ਇਹ ਪਰਸੋਂ ਦੀ ਮੀਟਿੰਗ ਤੇ ਹੁਣ ਨਿਰਭਰ ਕਰਦਾ ਹੈ। ਕੱਲ ਕਿਸਾਨ ਆਗੂ ਆਪਣੇ ਪੱਧਰ ਤੇ ਮਿਲ ਬੈਠ ਕੇ ਵਿਚਾਰਨਗੇ, ਉਸ ਤੋਂ ਬਾਅਦ ਫਿਰ ਪਰਸੋਂ ਦੀ ਮੀਟਿੰਗ ਦੇ ਵਿੱਚ ਕਿਸਾਨ ਸਰਕਾਰ ਨੂੰ ਆਪਣਾ ਰੁਖ ਸਪਸ਼ਟ ਕਰਨਗੇ, ਆਪਣਾ ਦੱਸਣਗੇ ਕਿ ਉਹਨਾਂ ਨੂੰ ਸਰਕਾਰ ਦਾ ਇਹ ਪ੍ਰਪੋਜ਼ਲ ਮਨਜ਼ੂਰ ਹੈ ਜਾਂ ਨਹੀਂ। ਇਸ ਵੇਲੇ ਪ੍ਰਪੋਜ਼ਲ ਇਹ ਹੈ, ਇੱਕ ਵਾਰੀ ਫਿਰ ਦੱਸ ਦਿੰਦੇ ਆ ਕਿ ਸਰਕਾਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ, ਪਰ ਅਸੀਂ ਉਸ ਤੇ ਲੰਮੇ ਸਮੇਂ ਲਈ ਜਦੋਂ ਤੱਕ ਕਮੇਟੀ ਫੈਸਲਾ ਨਹੀਂ ਦਿੰਦੀ, ਚਾਹੇ 1 ਸਾਲ 1.5 ਸਾਲ ਜਾਂ ਉਸ ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਜੇ, ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦਿੰਨੇ ਆ, ਸਥਗਿਤ ਕਰ ਦਿੰਨੇ ਆ, ਜਿਵੇਂ ਖੇਤੀਬਾੜੀ ਮੰਤਰੀ ਨੇ ਕਿਹਾ ਸਸਪੈਂਡ ਕਰ ਦਿੰਨੇ ਆ। ਔਰ ਇਸ ਦੇ ਲਈ ਸਰਕਾਰ ਨੇ ਇਹ ਵੀ ਆਫਰ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਵੀ ਦੇ ਦੇਣਗੇ ਕਿ ਇੰਨੇ ਸਮੇਂ ਦੇ ਲਈ ਅਸੀਂ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰਦੇ ਹਾਂ। ਸੋ ਜੋ 1.5 ਸਾਲ ਲਈ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਜੇ ਕਾਨੂੰਨ ਸਸਪੈਂਡ ਹੁੰਦੇ ਨੇ ਤਾਂ ਫਿਰ ਕਿਸਾਨਾਂ ਦੀ ਸਰਕਾਰ ਦੇ ਨਾਲ ਇੱਕ ਸਾਂਝੀ ਕਮੇਟੀ ਬਣੂਗੀ ਔਰ ਉਹ ਕਮੇਟੀ ਫਿਰ ਰੂਟੀਨ 'ਚ ਬੈਠਕ ਕਰੂਗੀ ਔਰ ਜੋ ਮੁੱਦੇ ਨੇ ਉਸ ਦੇ ਵਿੱਚ ਚਾਹੇ ਨਵੇਂ ਕਾਨੂੰਨ ਲਿਆਉਣ ਨੂੰ ਲੈ ਕੇ, ਚਾਹੇ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਨੂੰ ਲੈ ਕੇ ਜੋ ਪੁਆਇੰਟ ਕਿਸਾਨ ਚਾਹੁੰਦੇ ਨੇ ਉਸ ਤੇ ਵੀ ਗੱਲਬਾਤ ਹੋਏਗੀ ਔਰ ਜੇ ਉਹ ਕਿਸੇ ਨੂੰ ਵੀ ਉਸ ਕਮੇਟੀ 'ਚ ਵੀ ਸਹਿਮਤੀ ਨਹੀਂ ਬਣਦੀ ਔਰ ਗੱਲ ਫਿਰ
ਰੱਦ ਤੇ ਆ ਜਾਂਦੀ ਹੈ ਜਾਂ ਕਮੇਟੀ ਆਪਣੀ ਰਿਕਮੈਂਡੇਸ਼ਨ ਦੇ ਦਿੰਦੀ ਹੈ ਸਾਂਝੇ ਤੌਰ ਤੇ ਕਿ ਨਹੀਂ ਇਹ ਕਾਨੂੰਨ ਠੀਕ ਨਹੀਂ ਹੈ, ਇਹਨਾਂ ਨੂੰ ਰੱਦ ਕੀਤਾ ਜਾਵੇ, ਤਾਂ ਫਿਰ ਉਹ ਕਾਨੂੰਨ ਰੱਦ ਵੀ ਕੀਤੇ ਜਾ ਸਕਦੇ ਨੇ। ਇਸ ਤਰੀਕੇ ਦੀਆਂ ਗੱਲਾਂ ਬਾਤਾਂ ਅੱਜ ਦੀ ਬੈਠਕ ਦੇ ਵਿੱਚ ਹੋਈਆਂ ਨੇ। ਜਿਵੇਂ ਖੇਤੀਬਾੜੀ ਮੰਤਰੀ ਨੇ ਦੱਸਿਆ ਜਾਂ ਕਿਸਾਨਾਂ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਦੱਸਿਆ। ਸੋ ਇੱਕ ਉਮੀਦ ਫਿਰ ਜਾਗੀ ਹੈ, ਇੱਕ ਆਸ ਫਿਰ ਵੱਜੀ ਹੈ। ਪਹਿਲਾਂ ਲੱਗਦਾ ਸੀ ਕਿ ਅੱਜ ਦੀ ਮੀਟਿੰਗ ਪਹਿਲਾਂ ਦੀ ਤਰ੍ਹਾਂ ਬੇਸਿੱਟਾ ਰਹੂਗੀ, ਪਰ ਅੱਜ ਦੀ ਮੀਟਿੰਗ ਨੂੰ ਬੇਨਤੀਜਾ ਤਾਂ ਕਿਹਾ ਜਾ ਸਕਦਾ ਹੈ, ਪਰ ਬਿਲਕੁਲ ਬੇਸਿੱਟਾ ਇਸ ਦੇ ਲਈ ਜਿਹੜਾ ਲਫ਼ਜ਼ ਹੈ ਉਹ ਸ਼ਾਇਦ ਠੀਕ ਨਹੀਂ ਰਹੇਗਾ, ਕਿਉਂਕਿ ਕਿਸਾਨਾਂ ਨੇ ਕਿਹਾ ਕਿ ਅਸੀਂ ਵਿਚਾਰਾਂਗੇ। ਪਿਛਲੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਕਿਸਾਨਾਂ ਨੇ ਸਪਸ਼ਟ ਨਾ ਕਰ ਦਿੱਤੀ ਸੀ। ਪਹਿਲਾਂ ਵੀ ਸਰਕਾਰ ਵੱਲੋਂ ਕਮੇਟੀ ਬਣਾਉਣ ਦੀ ਆਫਰ ਦਿੱਤੀ ਗਈ ਸੀ, ਪਰ ਕਿਸਾਨਾਂ ਨੇ ਸਪਸ਼ਟ ਤੌਰ ਤੇ ਕਹਿਤਾ ਸੀ ਕਿ ਸਾਨੂੰ ਕੋਈ ਕਮੇਟੀ ਮਨਜ਼ੂਰ ਨਹੀਂ ਹੈ, ਅਸੀਂ ਕਿਸੇ ਕਮੇਟੀ ਦਾ ਹਿੱਸਾ ਨਹੀਂ ਬਣਾਂਗੇ। ਪਰ ਅੱਜ ਜਿਹੜਾ ਸਰਕਾਰ ਨੇ ਆਫਰ ਦਿੱਤਾ ਹੈ ਉਸ ਤੇ ਕਿਸਾਨਾਂ ਨੇ ਇਹ ਕਿਹਾ ਕਿ ਅਸੀਂ ਆਪਸ ਦੇ ਵਿੱਚ ਵਿਚਾਰਾਂਗੇ, ਹੋਰ ਲੋਕਾਂ ਦੀ ਅਸੀਂ ਇਸ ਤੇ ਰਾਏ ਲਵਾਂਗੇ ਔਰ ਪਰਸੋਂ ਦੁਬਾਰਾ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਫੈਸਲਾ ਸਰਕਾਰ ਨੂੰ ਦੱਸ ਦੇਵਾਂਗੇ। ਸੋ ਹੁਣ ਇਸ ਵੇਲੇ ਇੱਕ ਤਰੀਕੇ ਨਾਲ ਜਿਹੜਾ ਇਹ ਮਸਲਾ ਹੈ ਕਾਫੀ ਨੇੜੇ ਆ ਚੁੱਕਿਆ ਹੈ। ਸਰਕਾਰ ਵੀ ਇਹ ਸੋਚਦੀ ਹੈ ਕਿ ਹੁਣ ਇਹ ਮਸਲਾ ਹੱਲ ਹੋਣ ਦੇ ਨੇੜੇ ਹੈ, ਕਿਉਂਕਿ ਸਭ ਤੋਂ ਵੱਡਾ ਜਿਹੜਾ ਪੁਆਇੰਟ ਹੈ ਉਹ ਹੈ 26 ਜਨਵਰੀ ਦੀ ਪਰੇਡ। ਇੱਕ ਪਾਸੇ ਸਰਕਾਰੀ ਜਿਹੜਾ ਫੰਕਸ਼ਨ ਹੈ ਉਹ ਚੱਲਣਾ ਹੈ, 26 ਜਨਵਰੀ ਗਣਤੰਤਰ ਦਿਵਸ ਮਨਾਇਆ ਜਾਣਾ ਹੈ, ਔਰ ਦੂਸਰੇ ਪਾਸੇ ਕਿਸਾਨਾਂ ਨੇ ਆਪਣਾ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੋਇਆ ਹੈ। ਸੋ ਕਿਤੇ ਨਾ ਕਿਤੇ ਇਸ ਕਰਕੇ ਵੀ ਇਸ ਨੂੰ ਦੇਖਿਆ ਜਾ ਸਕਦਾ ਹੈ ਜਲਦੀ ਦੇ ਤੌਰ ਤੇ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੀ ਹੈ ਕਿ ਕਿਸੇ ਤਰੀਕੇ 26 ਜਨਵਰੀ ਦੀ ਪਰੇਡ ਰੱਦ ਹੋਵੇ, ਕਿਸਾਨ ਇਸ ਦੇ ਲਈ ਮੰਨ ਜਾਣ, ਤਾਂ ਕਰਕੇ ਫਿਰ ਅੱਗੇ ਦੀ ਗੱਲਬਾਤ ਜਿਹੜੀ ਹੈ ਉਹ ਚੱਲਦੀ ਰਹੇ। ਹੁਣ ਕਿਸਾਨ ਆਗੂਆਂ ਤੇ ਹੈ ਕਿ ਉਹ ਕੀ ਫੈਸਲਾ ਲੈਂਦੇ ਨੇ। ਜ਼ਿਆਦਾਤਰ ਲੋਕ ਜਿਹੜੇ ਕਿਸਾਨ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਨੇ, ਜਿਹੜੇ ਬੈਠੇ ਨੇ, ਉਹਨਾਂ ਨੂੰ ਵੀ ਜਦੋਂ ਪੁੱਛਿਆ ਜਾਂਦਾ ਤਾਂ ਇੱਕੋ ਹੀ ਜਵਾਬ ਦਿੰਦੇ ਨੇ ਕਿ ਸਾਡੇ ਆਗੂ ਇਸ ਬਾਰੇ ਚਰਚਾ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ, ਆਗੂ ਜੋ ਫੈਸਲਾ ਲੈਣਗੇ ਉਹ ਸਾਨੂੰ ਮਨਜ਼ੂਰ ਹੋਏਗਾ। ਸੋ ਇਸ ਤਰੀਕੇ ਨਾਲ ਹੁਣ ਗੱਲਬਾਤ ਅੱਗੇ ਵੱਧ ਰਹੀ ਹੈ। ਹੁਣ ਕਿਸਾਨ ਜਥੇਬੰਦੀਆਂ ਦੇ ਆਪਸ 'ਚ ਫੈਸਲਾ ਲੈਣ ਤੇ ਹੈ ਕਿ ਕਿਸਾਨ ਜਥੇਬੰਦੀਆਂ ਆਪਸ 'ਚ ਗੱਲਬਾਤ ਕਰਕੇ ਕੀ ਫੈਸਲਾ ਲੈਂਦੀਆਂ। ਜੇ ਕਿਸਾਨ ਜਥੇਬੰਦੀਆਂ ਸਰਕਾਰ ਦਾ ਪਰੇਡ ਹੈ ਉਹ ਇੱਕ ਜੇਤੂ ਪਰੇਡ ਦੇ ਤੌਰ ਤੇ ਕੱਢੀ ਜਾਵੇਗੀ। ਇਹ ਕਿਸਾਨ ਜਥੇਬੰਦੀਆਂ ਨੇ ਅੱਜ ਬਿਆਨ ਵੀ ਦਿੱਤਾ ਹੈ ਕਿ ਜੇ ਸੋ ਅੱਜ ਦੀ ਸਭ ਤੋਂ ਵੱਡੀ ਅਪਡੇਟ ਇਹ ਹੈ ਨਿਊਜ਼ 18 ਪੰਜਾਬ ਤੇ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਸਰਕਾਰ ਦੇ ਆਫਰ ਬਾਰੇ। ਸਰਕਾਰ ਨੇ ਕਿਸਾਨਾਂ ਨੂੰ ਆਫਰ ਦਿੱਤਾ ਹੈ ਕਿ ਸਰਕਾਰ 1.5 ਸਾਲ ਲਈ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਵੀ ਜਦੋਂ ਤੱਕ ਕੋਈ ਸਾਂਝੀ ਕਮੇਟੀ ਇਸ ਤੇ ਆਖਰੀ ਫੈਸਲਾ ਨਹੀਂ ਲੈਂਦੀ ਉਦੋਂ ਤੱਕ ਇਹ ਕਾਨੂੰਨ ਸਸਪੈਂਡ ਕਰ ਦਿੱਤੇ ਜਾਣਗੇ। ਔਰ ਫਿਰ ਜੋ ਵੀ ਕਿਸਾਨ ਜਥੇਬੰਦੀਆਂ ਦੇ ਸੁਜੈਸ਼ਨਸ ਹੋਣਗੇ, ਜੋ ਸੁਝਾਅ ਹੋਣਗੇ ਜਾਂ ਜਥੇਬੰਦੀਆਂ ਜੋ ਕਹਿਣਗੀਆਂ ਕਿ ਉਹਨਾਂ ਨੂੰ ਕਾਨੂੰਨਾਂ ਦੇ ਵਿੱਚ ਇਹ ਚੀਜ਼ਾਂ ਚਾਹੀਦੀਆਂ ਨੇ, ਉਸ ਤੋਂ ਬਾਅਦ ਉਸ ਤਰੀਕੇ ਨਾਲ ਉਹਨਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਜਾਏਗਾ। ਜਾਂ ਫਿਰ ਜੋ ਸਰਬਸੰਮਤੀ ਦੇ ਨਾਲ ਫੈਸਲਾ ਹੋਏਗਾ, ਚਾਹੇ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਵੀ ਹੋਵੇ, ਤਾਂ ਫਿਰ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਮੋਹਰ ਲਗਾ ਦਿੱਤੀ ਜਾਵੇਗੀ। ਪਰ ਇੱਕ ਵਾਰੀ ਸਰਕਾਰ ਤੇ ਕਿਸਾਨਾਂ ਦੀ ਜਿਹੜੀ ਸਾਂਝੀ ਕਮੇਟੀ ਹੋਏਗੀ ਉਹ ਇਹਨਾਂ ਤੇ ਚਰਚਾ ਕਰੇਗੀ। ਸੋ ਇੱਥੇ ਆ ਕੇ ਹੁਣ ਗੱਲਬਾਤ ਯਾਨੀ ਪਹਿਲਾਂ ਨਾਲੋਂ ਇੱਕ ਇੱਕ ਕਦਮ ਅੱਗੇ ਜਾਂਦੀ ਹੋਈ ਗੱਲਬਾਤ ਹੁਣ ਕਾਫੀ ਨਜ਼ਦੀਕ ਆ ਪਹੁੰਚੀ ਹੈ, ਕਿਉਂਕਿ ਇਹ ਸੋਲੂਸ਼ਨ ਜਿਹੜਾ ਜੋ ਸਸਪੈਂਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਕਾਨੂੰਨਾਂ ਦੇ, ਇਹ ਪਹਿਲਾਂ ਜਦੋਂ ਸ਼ੁਰੂਆਤ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ ਸੀ ਉਸ ਵੇਲੇ ਜਿਹੜੇ ਕਈ ਐਗਰੀਕਲਚਰ ਐਕਸਪਰਟ ਸੀ ਜਾਂ ਹੋਰ ਵੀ ਕਈਆਂ ਨੇ ਜਾਂ ਜਿਹੜੇ ਕਿਸਾਨ ਆਗੂ ਵੀ ਸੀ ਜਦੋਂ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ, ਉਦੋਂ ਉਹਨਾਂ ਨੇ ਵੀ ਸਰਕਾਰ ਤੋਂ ਇਹ ਮੰਗ ਰੱਖੀ ਸੀ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰੇ ਔਰ ਕਿਸਾਨ ਜਥੇਬੰਦੀਆਂ ਦੇ ਨਾਲ ਪਹਿਲਾਂ ਗੱਲਬਾਤ ਕਰੇ, ਫਿਰ ਉਸ ਤੋਂ ਬਾਅਦ ਅੱਗੇ ਕੀ ਫੈਸਲਾ ਲੈਣਾ ਹੈ ਇਸ ਬਾਰੇ ਸੋਚਿਆ ਜਾਵੇ। ਪਰ ਉਸ ਤੋਂ ਬਾਅਦ ਅੱਗੇ ਜਦੋਂ ਪ੍ਰੋਟੈਸਟ ਵੱਡਾ ਹੁੰਦਾ ਗਿਆ, ਇੱਕ ਅੰਦੋਲਨ ਦਾ ਰੂਪ ਲੈ ਗਿਆ ਔਰ ਇੱਕ ਵੱਡੇ ਮੋਰਚੇ ਦੇ ਵਿੱਚ ਤਬਦੀਲ ਹੋ ਗਿਆ, ਤਾਂ ਫਿਰ ਗੱਲਬਾਤ ਜਿਹੜੀ ਸੀ ਉਹ
ਅੱਗੇ ਦੀ ਅੱਗੇ ਵੱਧਦੀ ਗਈ। ਉਸ ਤੋਂ ਬਾਅਦ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਤਾਂ ਹੌਲੀ-ਹੌਲੀ ਪਹਿਲਾਂ ਸਰਕਾਰ ਨੇ ਸਖਤ ਰੁਖ ਅਪਣਾਈ ਰੱਖਿਆ, ਪਰ ਫਿਰ ਹੌਲੀ-ਹੌਲੀ ਜਿਵੇਂ-ਜਿਵੇਂ ਸਮਾਂ ਅੱਗੇ ਵਧਿਆ ਸਰਕਾਰ ਦਾ ਰੁਖ ਵੀ ਲਚਕੀਲਾ ਹੁੰਦਾ ਗਿਆ ਔਰ ਉਸ ਦੇ ਵਿੱਚ ਫਿਰ ਸਰਕਾਰ ਨੇ ਹਰ ਵਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਗੱਲ ਜਿਹੜੀ ਸੀ ਉਹ ਸੋਧਾਂ ਤੋਂ ਸਟਾਰਟ ਹੋਈ। ਸਰਕਾਰ ਨੇ ਕਿਹਾ ਕਿ ਅਸੀਂ ਕਾਨੂੰਨਾਂ ਦੇ ਵਿੱਚ ਅਮੈਂਡਮੈਂਟਸ ਕਰ ਦਿੰਨੇ ਆ, ਸੋਧਾਂ ਕਰ ਦਿੰਨੇ ਆ, ਜੋ ਤੁਸੀਂ ਲਿਖ ਕੇ ਦੇ ਦਿਓ ਐਜ਼ ਇਟ ਇਜ਼ ਅਸੀਂ ਸਭ ਕੁਝ ਉਹਨਾਂ ਕਾਨੂੰਨਾਂ ਦੇ ਵਿੱਚ ਬਦਲਾਵ ਕਰ ਦਿੰਨੇ ਆ। ਪਰ ਕਿਸਾਨਾਂ ਨੇ ਸਰਕਾਰ ਦੀਆਂ ਉਹ ਆਫਰ ਨੂੰ ਠੁਕਰਾ ਦਿੱਤਾ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਜਿਹੜੀ ਸੀ ਉਹ ਬਰਕਰਾਰ ਰਹੀ। ਉਸ ਤੋਂ ਬਾਅਦ ਮਸਲਾ ਸੁਪਰੀਮ ਕੋਰਟ ਵੀ ਪਹੁੰਚਿਆ। ਸੁਪਰੀਮ ਕੋਰਟ ਨੇ ਵੀ ਇਹਨਾਂ ਕਾਨੂੰਨਾਂ ਤੇ ਰੋਕ ਲਗਾ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਵਾਦ ਸੁਪਰੀਮ ਕੋਰਟ ਵੱਲੋਂ ਸਿੱਟਾ ਨਾ ਕਹੋ, ਲੇਕਿਨ ਮੈਂ ਇੰਨਾ ਕੁ ਕਹਿ ਸਕਦਾ ਕਿ ਇਸ ਮੀਟਿੰਗ ਦੇ ਵਿੱਚੋਂ ਸਰਕਾਰ ਨੂੰ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਨਾਂ ਤੇ ਚਾਹੇ ਉਹ ਪ੍ਰੈਸ਼ਰ ਦੇ ਨਾਂ ਤੇ ਉਹਨਾਂ ਨੂੰ ਇਹ ਪਹਿਲੀ ਵਾਰੀ ਆਉਣਾ ਕਿਹਾ ਕਿ ਸੁਪਰੀਮ ਕੋਰਟ 'ਚ ਐਫੀਡੈਵਿਟ ਦੇ ਕੇ ਅਸੀਂ ਇਹਨਾਂ ਕਾਨੂੰਨਾਂ ਨੂੰ ਕੁਝ ਸਮੇਂ ਲਈ ਰੱਦ ਕਰ ਦਿੰਦੇ, ਮਤਲਬ ਰੱਦ ਹੀ ਹੈ ਜਾਂ ਰੋਕ ਦਿੰਦੇ ਇਹਨਾਂ ਦੀ ਐਪਲੀਕੇਸ਼ਨ ਜੀ। ਦੂਸਰਾ, ਇਹਦੇ ਤਾਂ ਕੋਈ ਕਮੇਟੀ ਬਣਾ ਦਿੰਦੇ ਆਉਣ ਵਾਲੇ ਸਮੇਂ ਲਈ। ਇਹ ਇੰਨੀ ਪੋਜ਼ਿਟਿਵ ਡਿਵੈਲਪਮੈਂਟ ਹੈ ਸਰਕਾਰ ਵੱਲੋਂ। ਸਾਡੀ ਪੋਜੀਸ਼ਨ ਉਹੀ ਹੈ ਕਿ ਅਸੀਂ ਪਰਮਾਨੈਂਟ ਰਿਪੀਲ ਚਾਹੁੰਦੇ ਹਾਂ ਕਾਨੂੰਨਾਂ ਦੀ, ਇਹਦੇ ਤੇ ਹੀ ਖੜੇ ਹਾਂ ਅਸੀਂ, ਉਸੇ ਪੋਜੀਸ਼ਨ ਤੇ ਹਾਂ। ਦੂਸਰਾ ਹੈ ਕਿ ਇਹਦੇ ਵਾਸਤੇ ਅਸੀਂ ਇਸ ਜਿਹੜੀ ਸਰਕਾਰ ਵੱਲੋਂ ਪ੍ਰਪੋਜ਼ਲ ਹੈ, ਇਸ ਪ੍ਰਪੋਜ਼ਲ ਨੂੰ ਅਸੀਂ ਵਿਚਾਰਾਂਗੇ। ਕੱਲ੍ਹ ਨੂੰ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੈ, ਫਿਰ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੈ। ਇਸ ਪੂਰੀ ਮੀਟਿੰਗਾਂ ਦੇ ਅੰਦਰ ਅਸੀਂ ਵਿਚਾਰਾਂਗੇ ਸਰਕਾਰ ਦੀ ਪ੍ਰਪੋਜ਼ਲ ਨੂੰ, ਲੇਕਿਨ ਸਰਕਾਰ ਨੂੰ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਤਾ ਕਿ ਤੁਹਾਡੀ ਪ੍ਰਪੋਜ਼ਲ ਨੂੰ ਵਿਚਾਰਨ ਦੇ ਨਾਲ ਨਾਲ ਤੁਸੀਂ ਸਾਡੀ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ ਕਿ ਅਸੀਂ ਇਸ 3 ਕਾਨੂੰਨਾਂ ਨੂੰ ਰਿਪੀਲ ਕਰਨ ਦੇ ਉੱਤੇ ਹੀ ਸਾਡੀ ਪੋਜੀਸ਼ਨ ਹੈ। ਸਰਕਾਰ ਨੇ ਜਿਹੜਾ ਇਹ ਕਿਹਾ ਵੀ ਅਸੀਂ ਕਮੇਟੀ ਬਣਾ ਦਾਂਗੇ, ਕਮੇਟੀ ਦੇ ਵਿੱਚ ਉਹ ਕਾਨੂੰਨਾਂ ਦਾ ਫਿਊਚਰ ਕਿਵੇਂ ਹੋਊਗਾ ਉਹਦਾ ਵੀ ਡਿਸੀਜਨ ਹੋਊਗਾ। ਉਹ ਸਟੇਟ ਸਰਕਾਰਾਂ ਨੂੰ ਹੈਂਡ ਓਵਰ ਕੀਤੇ ਜਾਂਦੇ ਨੇ ਜਾਂ ਉਹਨਾਂ ਨੂੰ ਰਿਪੀਲ ਕੀਤਾ ਜਾਣਾ ਜਾਂ ਉਹਨਾਂ 'ਚ ਸੰਸ਼ੋਧਨ ਕੀਤੇ ਜਾਣੇ ਨੇ ਵਗੈਰਾ ਵਗੈਰਾ। ਇਹਦੇ ਨਾਲ ਹੀ ਉਹ ਕਮੇਟੀ ਹੈ ਜਿਹੜੀ ਉਹਦੇ 'ਚ MSP ਦਾ ਇਸ਼ੂ ਹੈ ਜਿਹੜਾ ਉਹ ਵੀ ਮਾਈਨਿਊਟਲੀ ਰਿਜ਼ੋਲਵ ਕਰਨ ਵਾਸਤੇ, ਹਾਲਾਂਕਿ ਅਸੀਂ MSP ਦੇ ਇਸ਼ੂ ਦੇ ਉੱਤੇ ਡਿਟੇਲ 'ਚ ਡਿਸਕਸ ਕਰਨ ਦਾ ਅਗਲੀ ਵਾਰੀ ਸਰਕਾਰ ਨੂੰ ਕਿਹਾ ਕਿ ਉੱਤੇ ਡਿਟੇਲ 'ਚ ਡਿਸਕਸ ਕਰਾਂਗੇ। ਡਾਕਟਰ ਸਾਹਿਬ, ਜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਇੱਕੋ ਹੀ ਮੋਟਿਵ ਹੈ ਕਿ ਇਹਨਾਂ ਨੂੰ ਰਿਪੀਲ ਕਰਾਉਣਾ ਹੈ, ਫਿਰ ਜਿਹੜਾ ਪ੍ਰਪੋਜ਼ਲ ਹੈ ਉਸ ਦੇ ਉੱਤੇ ਕੀ ਚਰਚਾ ਕੀਤੀ ਜਾਊਗੀ? ਕੀ ਉਹ ਪ੍ਰਪੋਜ਼ਲ ਦੇ ਉੱਤੇ ਵੀ ਕੋਈ ਹਾਮੀ ਬਣ ਸਕਦੀ ਹੈਗੀ ਹੈ ਜਾਂ ਉਸ ਦਾ ਸਮਾਂ ਵਧਾਉਣ ਦੀ ਗੱਲ ਆਖੀ ਜਾ ਸਕਦੀ ਹੈ? ਇਹਦੇ ਤੇ ਸਾਡੀਆਂ ਜਿਹੜੀਆਂ ਮਤਲਬ ਕਿ ਜਥੇਬੰਦੀਆਂ ਨੇ ਉਹਦੇ 'ਚ ਇਹ ਪ੍ਰਪੋਜ਼ਲ, ਕਿਉਂਕਿ ਹੁਣ ਅਸੀਂ ਕਹਿ ਦਈਏ ਸਰਕਾਰ ਨੇ ਪ੍ਰਪੋਜ਼ਲ ਦਿੱਤੀ ਅਸੀਂ ਬੈਠ ਕੇ ਰੱਦ ਕਰਤੀ, ਇਹ ਤਾਂ ਨਹੀਂ ਸੀ ਕਿਹਾ। ਅਸੀਂ ਅੱਗੇ ਗੱਲਬਾਤ ਨੂੰ ਅਸਲ 'ਚ ਜਾਰੀ ਰੱਖਾਂਗੇ ਤੇ ਰੱਖਣੀ ਚਾਹੀਦੀ ਸੀ। ਹੁਣ ਜਥੇਬੰਦੀਆਂ ਦੇ ਅੰਦਰ ਕਿਵੇਂ ਬਣਦੀ ਆ ਰਾਏ, ਕੰਸੈਂਸਸ ਕੀ ਬਣਦਾ ਉਹ ਤੋਂ ਤੈਅ ਹੋਊਗਾ। ਇਹ ਵੀ ਹੋ ਸਕਦਾ ਕਿ 1.5 ਸਾਲ ਨਹੀਂ, ਜਿਹਨੂੰ 4 ਸਾਲ ਕੀਤਾ ਜਾਵੇ, ਇਹਨੂੰ 5 ਸਾਲ ਕੀਤਾ ਜਾਵੇ। ਇਹ ਵੀ ਹੋ ਸਕਦਾ ਕੋਈ 5 ਸਾਲ ਨਹੀਂ, ਇਹਨਾਂ ਨੂੰ ਪੱਕਾ ਰਿਪੀਲ ਹੀ ਕਰਾਇਆ ਜਾਵੇ। ਸੋ ਦੇਰ ਕੈਨ ਬੀ ਡਿਫਰੈਂਟ ਵਿਊਜ਼ ਔਨ ਦਾ on the status of the acts so far as our unions are concerned. ਸੋ ਉਹਦੇ ਤੋਂ ਸਾਡੀਆਂ ਮੀਟਿੰਗਾਂ ਇਸੇ ਕਰਕੇ ਅਸੀਂ ਰੱਖ ਲਈਏ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਵਿਚਾਰ ਲਾਂਗੇ। ਸਰਕਾਰ ਨਾਲ ਪਰਸੋਂ ਨੂੰ 12 ਵਜੇ ਮੀਟਿੰਗ ਫੇਰ ਰੱਖ ਲਈ ਹੋਈ ਹੈ। ਉਸ ਮੀਟਿੰਗ ਦੇ ਵਿੱਚ ਸਰਕਾਰ ਨੂੰ ਕਲੀਅਰ ਜੇ ਸਾਡਾ ਹੋਇਆ ਵੀ ਅਸੀਂ ਰਿਪੀਲ ਹੀ ਕਰਨ ਤੇ ਸਾਰੇ ਹੈਗੇ ਆ ਤਾਂ ਅਸੀਂ ਆ ਕੇ ਸਰਕਾਰ ਨੂੰ ਉਹ ਦੱਸ ਦਾਂਗੇ। ਇਸ ਤੋਂ ਇਲਾਵਾ ਬੈਠਕ ਦਾ ਟਾਈਮ ਕਿਉਂ ਲੱਗਿਆ ਜ਼ਿਆਦਾ, ਇੰਨਾ ਟਾਈਮ ਕਿਉਂ ਲੈ ਲਿਆ ਅਗਲੀ ਤਰੀਕ ਤੈਅ ਕਰਨ ਦੇ ਵਿੱਚ? ਨਹੀਂ, ਕੱਲ ਤਾਂ ਨਹੀਂ ਵਜਿਆ ਵਿੱਚ। ਨਹੀਂ, ਅੰਦਰ ਕਾਫੀ ਦੇਰ ਤੁਸੀਂ, ਉਸ ਤੋਂ ਬਾਅਦ ਇੱਕ ਵਾਰੀ ਮੀਟਿੰਗ ਖਤਮ ਹੋ ਗਈ ਸੀ, ਉਸ ਤੋਂ ਬਾਅਦ ਕਾਫੀ ਦੇਰ ਤੱਕ ਅੰਦਰ ਰਹੇ ਹੋ ਤੁਸੀਂ? ਨਹੀਂ, ਉਹ ਮੀਟਿੰਗ ਨਹੀਂ ਖਤਮ ਹੋਈ, ਉਹ ਸਾਡੇ ਨਾਲ ਪ੍ਰਪੋਜ਼ਲ ਦੇ ਕੇ ਚਲੇ ਗਏ ਸੀ, ਅਸੀਂ ਆਪਣੀ ਮੀਟਿੰਗ ਕਰਨ ਲੱਗੇ। ਫਿਰ ਸਾਡਾ ਇਹ ਸੀ ਵੀ ਸਾਡੀ ਮੀਟਿੰਗ 'ਚ ਆ ਕੇ ਮੰਤਰੀ ਸਾਹਿਬ ਆਪ ਕਹਿਣ ਉਹਨਾਂ ਦੀ ਕੀ ਕੰਕਰੀਟ ਪ੍ਰਪੋਜ਼ਲ ਹੈ। ਉਹਨਾਂ ਨੇ ਮੂੰਹ ਤੋਂ ਕਹਾ ਕਿ ਅਸੀਂ ਕੰਕਰੀਟਲੀ ਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਕੰਕਰੀਟਲੀ, ਫਿਰ ਉਹਨਾਂ ਨੂੰ ਦੱਸਣ ਵਾਸਤੇ ਬਹਿ ਗਏ ਸੀ, ਉਹਨਾਂ ਨੂੰ ਬਿਠਾ ਲਿਆ, ਫਿਰ ਉਹ ਆਏ ਤਾਂ ਅਸੀਂ ਉੱਥੇ ਟਾਈਮ ਲੱਗਿਆ। NIA ਦਾ ਜ਼ਿਕਰ ਕੀਤਾ, NIA ਦਾ ਜ਼ਿਕਰ ਕੀਤਾ ਤੁਸੀਂ, NIA ਦੇ ਬਾਰੇ ਦੱਸਿਓ ਕੀ ਤੁਸੀਂ ਗੱਲ ਰੱਖੀ ਤੇ ਨਰਿੰਦਰ ਤੋਮਰ NIA ਦੇ ਬਾਰੇ ਉਹਨਾਂ ਨੇ ਦੇਖੋ ਇਹ ਕਿਹਾ ਕਿ ਜਦੋਂ ਤੁਸੀਂ ਨੋਟਿਸ 'ਚ ਲਿਆਂਦਾ ਸਾਡੇ, ਉਹ NIA ਦੇ ਕੇਸਾਂ ਬਾਰੇ ਲਿਆਂਦਾ, ਉਸ ਦਿਨ ਤੋਂ ਬਾਅਦ NIA ਦੀ ਜਿਹੜੀ ਐਕਟੀਵਿਟੀ ਬੰਦ ਹੈ, ਇਹ ਸਾਨੂੰ ਉਹਨਾਂ ਨੇ ਯਕੀਨ ਦਿਵਾਇਆ ਕਿ ਤਾਂ ਅੱਜ ਤੋਂ ਬਾਅਦ ਕਿਸੇ ਨੂੰ ਨੋਟਿਸ ਨਹੀਂ ਭੇਜਿਆ ਜਾਊਗਾ, ਨਹੀਂ ਆਉਣਗੇ। ਦੂਸਰਾ ਉਹਨਾਂ ਨੇ ਇਹ ਕਿਹਾ ਕਿ ਜਿੰਨੇ ਵੀ ਕੇਸ ਨੇ FIR ਦੇ ਸਮੇਤ ਤੁਸੀਂ ਸਾਨੂੰ ਹੈਂਡ ਓਵਰ ਕਰੋ, ਮੈਨੂੰ ਭੇਜੋ, ਮੈਂ ਇਕੱਲੇ ਕੇਸ ਦੇ ਬਾਰੇ ਤੁਹਾਨੂੰ ਯਕੀਨ ਦਿਵਾਉਣਾ ਕਿ ਇਨਸਾਫ ਮਿਲੂਗਾ। ਸੋ ਅਗਲੀ ਮੀਟਿੰਗ ਦਾ ਟਾਈਮ ਤੁਸੀਂ ਖੁਦ ਲਿਆ ਜਾਂ ਕੇਂਦਰ ਸਰਕਾਰ ਨੇ ਦਿੱਤਾ? ਅਗਲੀ ਜਿਹੜੀ ਤਰੀਕ ਹੈਗੀ ਤੁਸੀਂ ਖੁਦ ਲਈ ਜਾਂ ਕੇਂਦਰ ਸਰਕਾਰ ਨੇ ਦਿੱਤਾ? ਸਾਨੂੰ ਟਾਈਮ ਅਗਲੀ ਕੇਂਦਰ ਸਰਕਾਰ ਨੇ ਤੈਅ ਕੀਤੀ ਤਰੀਕ। ਤੁਸੀਂ, ਤੁਹਾਨੂੰ ਲੱਗਦਾ ਹੈ ਕਿ ਕਿਸਾਨ ਪਰੇਡ ਦਾ ਪ੍ਰੈਸ਼ਰ ਨਜ਼ਰ ਆ ਰਿਹਾ ਸਰਕਾਰ ਦੇ ਉੱਪਰ? ਹਾਂ, ਕਿਸਾਨ ਪਰੇਡ ਜਾਰੀ ਹੈ, ਕਿਸਾਨ ਪਰੇਡ ਦੀ ਤਿਆਰੀ ਹੈ। ਹਜ਼ਾਰਾਂ ਟਰੈਕਟਰ ਦਿੱਲੀ ਵੱਲ ਆ ਰਹੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆ ਰਹੇ ਨੇ। ਆਊਟਰ ਰਿੰਗ ਰੋਡ ਤੇ ਇਹ ਪਰੇਡ ਹੋਣੀ ਹੈ। ਆਊਟਰ ਰਿੰਗ ਰੋਡ ਤੇ ਹੋ ਰਹੀ ਪਰੇਡ ਦਾ ਸਰਕਾਰ ਤੇ ਬਹੁਤ ਦਬਾਅ ਹੈ। ਇਹ ਦਬਾਅ ਸਾਨੂੰ ਕੱਲ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ 'ਚ ਵੀ ਦਿਖਾਈ ਦਿੱਤਾ।
ਅੱਜ ਦੀ ਮੀਟਿੰਗ 'ਚ ਵੀ ਦਿਖਾਈ ਦਿੱਤਾ ਔਰ ਇਹ ਹੋਣਾ ਵੀ ਚਾਹੀਦਾ। ਮੈਨੂੰ ਲੱਗਦਾ ਹੈ ਉਹ ਦਬਾਅ ਉਹਦਾ ਕਾਫੀ ਪ੍ਰੈਸ਼ਰ। सर राज्यपाल जी लेके आओ मैंने तो कहते ना उन्होंने दस तो मेरे को गड्डी है राज्यपाल सर सर एक मिनट हिंदी में बोल दीजिए गड्डी के नाल ही आज की मीटिंग अपने को है गड्डी अपने को गड्डी खड़ी है चलिए हाँ चलते हैं उसमें करते हैं। आज की मीटिंग में जो प्रपोजल दिया गया गवर्नमेंट की तरफ से इसको 1.5 से 2 साल के लिए होल्ड किया जा सकता है, तो उसको लेकर के क्या आप लोगों ने इसके बारे में हमने कहा कि हम कल विचार करेंगे। कल फाइनली हम इसको विचार करते। वैसे हमने बोल दिया कि हम 3 कानून को रिपील करने के लिए हमारा पोजीशन है, रिपील करते हैं। और ये जो पोजीशन लिया है सरकार ने, इसमें हम अपनी मीटिंगों में फाइनल करके अपनी पोजीशन एमएसपी पे कोई चर्चा हुई दर्शन? एमएसपी पे भी हुई। ਤਾਂ ਡਾਕਟਰ ਦਰਸ਼ਨਪਾਲ ਨੂੰ ਤੁਸੀਂ ਸੁਣ ਰਹੇ ਸੀ। ਡਾਕਟਰ ਦਰਸ਼ਨਪਾਲ ਜਿਹੜੇ ਦੱਸ ਰਹੇ ਸੀ ਕਿ ਖੇਤੀ ਕਾਨੂੰਨਾਂ ਨੂੰ ਹੋਲਡ ਕਰਨ ਦੀ ਗੱਲ ਸਰਕਾਰ ਵੱਲੋਂ ਸਸਪੈਂਡ ਕਰਨ ਦੀ ਗੱਲ ਕਹੀ ਗਈ ਹੈ 2 ਸਾਲ ਲਈ ਜਾਂ ਜ਼ਿਆਦਾ ਸਮੇਂ ਲਈ ਜਾਂ 1.5 ਸਾਲ ਲਈ, ਜੋ ਵੀ ਕਿਸਾਨ ਜਿਸ ਤਰੀਕੇ ਨਾਲ ਕਹਿਣਗੇ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦੇਵੇਗੀ। ਉਸ ਤੋਂ ਬਾਅਦ ਇੱਕ ਸਾਂਝੀ ਕਮੇਟੀ ਬਣੇਗੀ ਔਰ ਉਹ ਕਮੇਟੀ ਫਿਰ ਅੱਗੇ ਵਿਚਾਰ ਕਰੇਗੀ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਹੈ ਜਾਂ ਕਿੰਨੇ ਸਮੇਂ ਲਈ ਇਹਨਾਂ ਨੂੰ ਸਸਪੈਂਡ ਕਰਨਾ ਹੈ ਜਾਂ ਕਾਨੂੰਨਾਂ ਨੂੰ ਲਾਗੂ ਕਰਨ ਦਾ ਫੈਸਲਾ ਸੂਬਾ ਸਰਕਾਰਾਂ ਤੇ ਛੱਡਣਾ ਹੈ ਔਰ ਐਮਐਸਪੀ ਨੂੰ ਲੈ ਕੇ ਕੀ ਸਰਕਾਰ ਕਿਸ ਤਰੀਕੇ ਨਾਲ ਅੱਗੇ ਵਧੇਗੀ ਜਾਂ ਕੀ ਪ੍ਰਪੋਜ਼ਲ ਸਰਕਾਰ ਦਾ ਹੋਏਗਾ, ਉਹ ਕਮੇਟੀ ਇਹ ਸਾਰਾ ਕੁਝ ਡਿਸਕਸ ਕਰੇਗੀ। ਜੇ ਕਮੇਟੀ ਬਣਦੀ ਹੈ ਜਾਂ ਕਿਸਾਨ ਯੂਨੀਅਨਾਂ ਮੰਨ ਜਾਂਦੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਕੱਲ ਨੂੰ ਸਾਡੀ ਮੀਟਿੰਗ ਹੋਏਗੀ, ਉਸ ਤੋਂ ਬਾਅਦ ਪਰਸੋਂ ਅਸੀਂ ਸਰਕਾਰ ਦੇ ਸਾਹਮਣੇ ਸਾਰੀ ਗੱਲ ਰੱਖਾਂਗੇ।